ਹੁਣ ਜਿਨ੍ਹਾਂ ਨੇ ਘਰ ਲੈ ਲਿਆ, ਹੁਣ ਘਰ ਤੋਂ ਬਾਅਦ ਹੋਰ ਉਡੀਕ ਕਰਦੇ ਆ ਕਿ ਇੱਕ ਹੋਰ ਘਰ ਲੈ ਲਿਆ ਜਾਵੇ। ਉਹ ਕੀ ਕਰਨ, ਕਿਸ ਤਰ੍ਹਾਂ ਲਿਆ ਜਾ ਸਕਦਾ ਹੈ, ਪਹਿਲੇ ਘਰ ਤੇ ਕੀ ਇਫੈਕਟ ਹੋਵੇਗਾ। ਸਪੈਸ਼ਲੀ ਜਦੋਂ ਆਪਾਂ ਪਹਿਲਾ ਘਰ ਲੈਂਦੇ ਹਾਂ ਕੈਨੇਡਾ ਦੇ ਵਿੱਚ, ਉਹ ਕੁਝ ਦਿਨਾਂ ਤੋਂ ਬਾਅਦ, ਫਿਰ ਕੁਝ ਮਹੀਨਿਆਂ ਤੋਂ ਬਾਅਦ ਤੇ ਕੁਝ ਮਹੀਨਿਆਂ ਤੋਂ ਸਾਲਾਂ ਤੋਂ ਬਾਅਦ ਉਹਦੀ ਜਿਹੜੀ ਪ੍ਰਾਈਸ ਹੈ ਉਹ ਐਪਰੀਸ਼ੀਏਟ ਹੁੰਦੀ ਹੈ। ਕੱਲੀ ਪ੍ਰਾਈਸ ਐਪਰੀਸ਼ੀਏਟ ਨਹੀਂ ਹੁੰਦੀ, ਜਦੋਂ ਆਪਾਂ ਆਪਣੀ ਕਿਸ਼ਤ ਦਿੰਦੇ ਆ, ਮੌਰਗੇਜ ਦੀ ਇੰਸਟਾਲਮੈਂਟ ਦਿੰਦੇ ਆ, ਉਹਦੇ ਇੰਸਟਾਲਮੈਂਟ ਦੇ ਵਿੱਚ ਕੁਝ ਪਾਰਟ ਹੁੰਦਾ ਹੈ ਆਪਣਾ ਜਿਹੜਾ ਇਕੁਇਟੀ 'ਚ ਜਾਂਦਾ, ਪ੍ਰਿੰਸੀਪਲ 'ਚ ਜਾਂਦਾ, ਕੁਝ ਪਾਰਟ ਹੁੰਦਾ ਜਿਹੜਾ ਇੰਟਰਸਟ ਦੇ ਵਿੱਚ ਜਾਂਦਾ। ਸੈਕਿੰਡ ਮੌਰਗੇਜ, ਰੀਫਾਈਨੈਂਸਿੰਗ, ਇਕੁਇਟੀ ਬਣੀ ਆ, ਉਹਨੂੰ ਤੁਸੀਂ ਕਰ ਸਕਦੇ ਆ। ਹੁਣ ਇਹ ਪ੍ਰੋਸੈਸ ਸਟਾਰਟ ਕਿਵੇਂ ਕਰ ਸਕਦੇ ਆ? ਲੈਟਸ ਸੇ ਕਿ 2 ਬੇਸਮੈਂਟਾਂ ਨੇ, 2 ਬੈਡਰੂਮ ਦੀਆਂ ਨੇ, ਹੋ ਸਕਦਾ ਦੋਨੇ ਬੇਸਮੈਂਟਾਂ 1500 ਜਾਂ 2000 ਡਾਲਰ ਰੈਂਟ ਤੇ ਲੱਗੀਆਂ ਹੋਣ, ਸੋ ਤੁਹਾਡੀ ਜਿਹੜੀ ਪ੍ਰਾਪਰਟੀ ਉਹ ਵੀ 4000 ਡਾਲਰ ਮਹੀਨੇ ਦਾ ਕਮਾ ਰਹੀ ਹੈ। ਤੁਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਕਿ ਕਿਸੇ ਕੋਲ 6 ਲੱਖ ਨਿਕਲ ਸਕਦਾ ਹੈ, 4 ਲੱਖ ਨਿਕਲ ਸਕਦਾ, 8 ਲੱਖ ਨਿਕਲ ਸਕਦਾ ਹੈ। ਤੁਹਾਨੂੰ ਕਿੰਨਾ ਸਪੈਂਡ ਕਰਨਾ ਚਾਹੀਦਾ ਦੂਜੇ ਤੇ? ਕਿੰਨੀ ਇੱਕ ਅਮਾਉਂਟ ਹੋਣੀ ਚਾਹੀਦੀ ਹੈ ਕਿ ਤੁਸੀਂ ਦੂਜੇ ਘਰ ਤੇ ਸਪੈਂਡ ਕਰ ਸਕੋ? 20% ਹੁਣ ਡਿਪੈਂਡ ਹੈ ਵੀ ਪ੍ਰਾਪਰਟੀ ਕਿੱਦਾਂ ਦੀ ਲੈ ਰਹੇ ਆ। ਜੇ ਤਾਂ ਆਪਾਂ ਕੌਂਡੋ ਲੈ ਰਹੇ ਆ ਤਾਂ ਲੱਖ ਡਾਲਰ ਜੀ, ਤੇ ਤੁਹਾਡੇ ਕੋਲ ਜੇ 8 ਲੱਖ ਨਿਕਲਿਆ ਤਾਂ 8 ਕੌਂਡੋ ਤੁਸੀਂ ਕਰ ਸਕਦੇ ਹੋ ਬਾਏ। ਤੇ ਜੇ ਤੁਸੀਂ ਟਾਊਨ ਹਾਊਸ ਲੈ ਰਹੇ ਹੋ ਤਾਂ ਉਹ ਤੇ 2 ਲੱਖ ਡਾਲਰ ਚਾਹੀਦਾ। ਤੇ ਜੇ ਘਰ ਲੈ ਰਹੇ ਹੋ, ਮੇਰਾ ਖਿਆਲ ਹੈ ਕਿ ਅੱਜ ਕੱਲ 12-15 ਲੱਖ ਤੋਂ ਘੱਟ ਕੋਈ ਘਰ ਹੋਏਗਾ ਨਹੀਂ, ਸੋ ਉਹਦਾ 20% ਤਕਰੀਬਨ 3 ਲੱਖ ਡਾਲਰ ਬਣ ਜਾਂਦਾ। ਜੇ ਤੁਸੀਂ ਸੈਕੰਡ ਪ੍ਰਾਪਰਟੀ ਲੈਂਦੇ ਹੋ, ਇਹ ਨਹੀਂ ਇਕੱਲਾ ਦੇਖਣਾ ਕਿ ਸੈਕੰਡ ਪ੍ਰਾਪਰਟੀ ਦੀ ਕਿਸ਼ਤ ਕਿੰਨੀ ਹੈ, ਪਹਿਲੀ ਪ੍ਰਾਪਰਟੀ ਦੀ ਕਿਸ਼ਤ ਵੀ ਥੋੜੀ ਵਧੇਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਫਿਰ ਤੋਂ ਗੱਲਬਾਤ ਕਰਾਂਗੇ ਮੌਰਗੇਜ ਦੇ ਬਾਰੇ। ਅਸੀਂ ਮੌਰਗੇਜ ਦੇ ਬਾਰੇ ਬੜੇ ਸਾਰੇ ਸਵਾਲਾਂ ਦੇ ਤੁਹਾਡੇ ਜਵਾਬ ਵੀ ਦਿੱਤੇ ਹੈ। ਅਸੀਂ ਇਹ ਵੀ ਉਡੀਕ ਕਰਦੇ ਹੁੰਦੇ ਹਾਂ ਕਿ ਤੁਸੀਂ ਸਾਨੂੰ ਫੀਡਬੈਕ ਦਿਓ, ਸਵਾਲ ਪੁੱਛੋ, ਤੇ ਅਸੀਂ ਅਗਾਂਹ ਜਾ ਕੇ ਟਾਈਮਜ਼ ਮੌਰਗੇਜ ਤੋਂ ਵਿਨੇ ਸ਼ਰਮਾ, ਉਹਨਾਂ ਤੋਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਈਏ। ਪਰ ਅੱਜ ਇੱਕ ਟੌਪਿਕ, ਇੱਕ ਨਵਾਂ ਜਿਹਾ ਟੌਪਿਕ ਹੈ, ਇੰਟਰਸਟਿੰਗ ਟੌਪਿਕ ਹੈ। ਮੈਂ ਕਿਹਾ ਕਿਉਂ ਨਾ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ। ਰੀਫਾਈਨੈਂਸਿੰਗ, ਸੈਕਿੰਡ ਮੌਰਗੇਜ। ਹੁਣ ਪਹਿਲੀ ਮੌਰਗੇਜ ਦੀਆਂ ਤਾਂ ਗੱਲਾਂ ਹੋ ਗਈਆਂ, ਫਸਟ ਟਾਈਮ ਹੋਮ ਬਾਇਰ ਦੀਆਂ ਵੀ ਗੱਲਾਂ ਹੋ ਗਈਆਂ। ਹੁਣ ਜਿਨ੍ਹਾਂ ਨੇ ਘਰ ਲੈ ਲਿਆ, ਹੁਣ ਘਰ ਤੋਂ ਬਾਅਦ ਹੋਰ ਉਡੀਕ ਕਰਦੇ ਆ ਕਿ ਇੱਕ ਹੋਰ ਘਰ ਲੈ ਲਿਆ ਜਾਵੇ। ਉਹ ਕੀ ਕਰਨ, ਕਿਸ ਤਰ੍ਹਾਂ ਲਿਆ ਜਾ ਸਕਦਾ ਹੈ, ਪਹਿਲੇ ਘਰ ਤੇ ਕੀ ਇਫੈਕਟ ਹੋਵੇਗਾ। ਸੋ ਬਹੁਤ ਸਾਰੇ ਕੁਐਸਚਨ ਇਹਦੇ ਆਸੇ-ਪਾਸੇ ਨੇ। ਸੋ ਆ ਸਾਰੇ ਸਵਾਲਾਂ ਦੇ ਜਵਾਬ ਅੱਜ ਲੈਣੇ ਆ ਤੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਮਿਸਟਰ ਵਿਨੇ ਸ਼ਰਮਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸ਼ਰਮਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼ ਜੀ, ਤੁਹਾਨੂੰ ਔਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਮਾਰਚ ਦਾ ਮਹੀਨਾ, ਸਪਰਿੰਗ ਸ਼ੁਰੂ ਹੋ ਗਈ ਹੈ ਜੀ। ਜੋ ਸਪਰਿੰਗ ਸ਼ੁਰੂ ਹੁੰਦੀ ਹੈ ਨਾ, ਰੀਅਲ ਸਟੇਟ ਇੰਡਸਟਰੀ ਜਿਵੇਂ ਬਾਹਰ ਫੁੱਲ ਖਿੜ ਰਹੇ ਨੇ, ਤੇ ਰੀਅਲ ਸਟੇਟ ਇੰਡਸਟਰੀ ਵੀ ਖਿੜਨ ਲੱਗ ਪੈਂਦੀ ਹੈ, ਬਲੂਮ ਕਰਨ ਲੱਗ ਪੈਂਦੀ ਹੈ, ਕਿਉਂਕਿ ਨਵੀਆਂ ਪ੍ਰਾਪਰਟੀਆਂ ਜਿਹੜੀਆਂ ਉਹਦੀਆਂ ਲਿਸਟਿੰਗਾਂ ਆਉਣ ਲੱਗ ਪੈਂਦੀਆਂ। ਮੇਨ ਸਟ੍ਰੀਮ ਜਿਹੜੇ ਲੋਕ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਦੇ ਵਿੱਚ ਲਿਸਟਿੰਗਸ ਕਰਦੇ ਨੇ। ਨਵੰਬਰ, ਦਸੰਬਰ, ਜਨਵਰੀ ਉਹ ਛੁੱਟੀਆਂ ਕੱਟ ਕੇ ਆਏ ਹੁੰਦੇ ਨੇ, ਕ੍ਰਿਸਮਸ ਮਨਾਈ ਹੁੰਦੀ, ਉਹਨਾਂ ਨੇ ਸ਼ਾਪਿੰਗ ਕੀਤੀ ਹੁੰਦੀ ਹੈ। ਤੇ ਇਹ ਟਾਈਮ ਹੈ ਜਦੋਂ ਉਹ ਕਹਿ ਲਓ ਵੀ ਡਾਊਨ ਸਾਈਜ਼ ਕਰਦੇ ਨੇ, ਮੂਵ ਹੁੰਦੇ ਨੇ, ਆਪਣੀ ਜੌਬਸ ਚੇਂਜ ਕਰਦੇ ਨੇ, ਮੇਨ ਸਟ੍ਰੀਮ ਦੇ ਲੋਕ ਤਕਰੀਬਨ। ਤੇ ਇਸ ਕਰਕੇ ਜ਼ਿਆਦਾ ਪ੍ਰਾਪਰਟੀਆਂ ਆ ਜਾਂਦੀਆਂ। ਜਦੋਂ ਜ਼ਿਆਦਾ ਪ੍ਰਾਪਰਟੀਆਂ ਆਉਂਦੀਆਂ ਉਦੋਂ ਫਿਰ ਮੌਰਗੇਜ ਦੀ ਗੱਲ ਵੀ ਚੱਲਦੀ ਹੈ। ਤੇ ਮੌਰਗੇਜ ਦੀ ਗੱਲ ਚੱਲਦੀ ਹੈ, ਫਿਰ ਤੁਸੀਂ ਸਵਾਲ ਪੁੱਛਦੇ ਹੋ ਤੇ ਆਪਾਂ ਉਹਦੇ ਜਵਾਬ ਦਿੰਦੇ। ਬਿਲਕੁਲ, ਬੜੇ ਸਾਰੇ ਸਵਾਲ ਨੇ। ਪਹਿਲਾਂ ਤਾਂ ਜਿਵੇਂ ਹੁਣ ਕਈਆਂ ਨੇ ਜਦੋਂ ਪ੍ਰਾਪਰਟੀਆਂ ਥੋੜ੍ਹੀਆਂ ਜਿਹੀਆਂ ਠੀਕ ਠਾਕ ਹੋਈਆਂ, ਕਿ ਲੱਗਿਆ ਕਿ ਥੋੜੀ ਸਸਤੇ ਘਰ ਨੇ ਤੇ ਮਲਟੀਪਲ ਚੀਜ਼ ਘਰ ਲੈ ਲਏ ਉਹਨਾਂ ਨੇ, ਤੇ ਹੁਣ ਉਹ ਕਹਿੰਦੇ ਆ ਕਿ ਹੁਣ ਅਗਲਾ ਘਰ ਲੈਣਾ, ਅਗਲਾ ਘਰ ਲੈਣਾ, ਪਰ ਫੰਡ ਹੈ ਨਹੀਂਗੇ। ਕੀ ਕਰ ਸਕਦੇ ਆ, ਕਿਹੜਾ ਆਪਸ਼ਨ ਹੋ ਸਕਦਾ? ਜੀ ਦੇਖੋ, ਇਹ ਬਹੁਤ ਇੱਕ ਇੰਟਰਸਟਿੰਗ ਸਵਾਲ ਹੈ ਔਰ ਇਹਦੀ ਅਵੇਅਰਨੈਸ ਨਹੀਂ ਲੋਕਾਂ ਨੂੰ। ਮੈਂ ਇਹ ਅਵੇਅਰਨੈਸ ਇਹਨੂੰ ਕਹਿ ਸਕਦੇ ਹਾਂ, ਐਜੂਕੇਸ਼ਨ ਆਪਾਂ ਕਹਿ ਸਕਦੇ ਹਾਂ, ਇੱਕ ਟਿਪ ਵੀ ਕਹਿ ਸਕਦੇ ਹਾਂ। ਇਹ ਹੈ ਸਪੈਸ਼ਲੀ ਜਦੋਂ ਆਪਾਂ ਪਹਿਲਾਂ ਘਰ ਲੈਂਦੇ ਹਾਂ ਕੈਨੇਡਾ ਦੇ ਵਿੱਚ, ਉਹ ਕੁਝ ਦਿਨਾਂ ਤੋਂ ਬਾਅਦ, ਫਿਰ ਕੁਝ ਮਹੀਨਿਆਂ ਤੋਂ ਬਾਅਦ ਤੇ ਕੁਝ ਮਹੀਨਿਆਂ ਤੋਂ ਸਾਲਾਂ ਤੋਂ ਬਾਅਦ ਉਹਦੀ ਜਿਹੜੀ ਪ੍ਰਾਈਸ ਹੈ ਉਹ ਐਪਰੀਸ਼ੀਏਟ ਹੁੰਦੀ ਹੈ। ਕੱਲੀ ਪ੍ਰਾਈਸ ਐਪਰੀਸ਼ੀਏਟ ਨਹੀਂ ਹੁੰਦੀ, ਜਦੋਂ ਆਪਾਂ ਆਪਣੀ ਕਿਸ਼ਤ ਦਿੰਦੇ ਹਾਂ, ਮੌਰਗੇਜ ਦੀ ਇੰਸਟਾਲਮੈਂਟ ਦਿੰਦੇ ਹਾਂ, ਉਹਦੇ ਇੰਸਟਾਲਮੈਂਟ ਦੇ ਵਿੱਚ ਕੁਝ ਪਾਰਟ ਹੁੰਦਾ ਹੈ ਆਪਣਾ ਜਿਹੜਾ ਇਕੁਇਟੀ 'ਚ ਜਾਂਦਾ, ਪ੍ਰਿੰਸੀਪਲ 'ਚ ਜਾਂਦਾ, ਕੁਝ ਪਾਰਟ ਹੁੰਦਾ ਜਿਹੜਾ ਇੰਟਰਸਟ ਦੇ ਵਿੱਚ ਜਾਂਦਾ। ਸੋ ਜਿਹੜਾ ਆਪਣਾ ਪ੍ਰਿੰਸੀਪਲ ਆ ਉਹ ਘਟ ਰਿਹਾ ਹੁੰਦਾ ਤੇ ਪ੍ਰਾਪਰਟੀ ਦੀ ਪ੍ਰਾਈਸ ਵੱਧ ਰਹੀ ਹੁੰਦੀ ਆ। ਸੋ ਇੱਕ ਤਾਂ ਇਧਰੋਂ ਵੱਧ ਰਹੀ ਆ ਤੇ ਇਧਰੋਂ ਪ੍ਰਿੰਸੀਪਲ ਕਰਜ਼ਾ ਘਟ ਰਿਹਾ, ਸੋ ਸਾਡੀ ਇਕੁਇਟੀ ਜਿਹੜੀ ਹੈ ਨਾ ਵਿੱਚੋਂ ਬਿਲਡ ਹੋਣ ਲੱਗ ਪੈਂਦੀ ਹੈ। ਇਕੁਇਟੀ ਦਾ ਮੀਨਸ ਸਾਡੇ ਪੈਸੇ ਬਿਲਡ ਹੋਣ ਲੱਗ ਪੈਂਦੇ ਨੇ। ਤੇ ਇੰਟਰਸਟਿੰਗ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ, ਉਹਨਾਂ ਦੇ ਘਰ ਅੱਜ ਤੋਂ 10 ਸਾਲ ਪਹਿਲਾਂ, 15 ਸਾਲ ਪਹਿਲਾਂ, 20 ਸਾਲ ਪਹਿਲਾਂ ਜਿਹੜੇ ਘਰ ਲਏ ਸਨ, ਉਹ ਘਰ ਜਾਂ ਤਾਂ ਫ੍ਰੀ ਨੇ ਜਾਂ ਫ੍ਰੀ ਵਰਗੇ ਨੇ। ਜੇ ਕਿਸੇ ਨੇ ਅੱਜ ਤੋਂ 2 ਸਾਲ 3 ਸਾਲ ਪਹਿਲਾਂ 5 ਲੱਖ ਦਾ ਘਰ ਲਿਆ ਸੀਗਾ, ਉਹ ਘਰ ਅੱਜ 15 ਲੱਖ ਦਾ ਆ, 2 ਮਿਲੀਅਨ ਦਾ ਵੀ ਹੋ ਸਕਦਾ। ਉਸ ਘਰ ਦੇ ਵਿੱਚ ਬਹੁਤ ਜ਼ਿਆਦਾ ਇਕੁਇਟੀ ਉਹਨਾਂ ਦੀ ਪਈ ਹੈ,
ਪਰ ਉਹ ਹੋਰ ਪਾਸੇ ਸਟਰਗਲ ਕਰ ਰਹੇ ਨੇ, ਕਈ ਵਾਰ ਕ੍ਰੈਡਿਟ ਕਾਰਡ ਤੋਂ ਪੈਸੇ ਚੱਕ ਰਹੇ ਨੇ, ਲਾਈਨ ਆਫ ਕ੍ਰੈਡਿਟ ਤੋਂ ਪੈਸੇ ਚੱਕ ਰਹੇ ਨੇ, ਪਰ ਇਕੁਇਟੀ ਤੋਂ ਪੈਸੇ ਨਹੀਂ ਚੱਕ ਰਹੇ। ਜਦੋਂ ਆਪਾਂ ਇਕੁਇਟੀ ਕੱਢਦੇ ਆ ਉਹਨੂੰ ਸੈਕੰਡ ਮੌਰਗੇਜ ਕਹਿੰਦੇ ਆ, ਤੇ ਜਦੋਂ ਆਪਾਂ ਸੈਕੰਡ ਮੌਰਗੇਜ ਚੱਕ ਲੈਂਦੇ ਆ ਇਹ ਬੈਂਕ ਤੋਂ ਹੀ ਹੁੰਦੀ ਆ। ਔਰ ਜਦੋਂ ਆਪਾਂ ਸੈਕੰਡ ਮੌਰਗੇਜ ਬੈਂਕ ਤੋਂ ਲੈਂਦੇ ਆ ਇਹਦਾ ਰੇਟ ਆਫ ਇੰਟਰਸਟ ਵੀ ਤੁਹਾਨੂੰ ਘੱਟ ਹੀ ਲੱਗਦਾ। ਸੋ ਕਈ ਵਾਰ ਕ੍ਰੈਡਿਟ ਕਾਰਡ ਤੇ 29% ਆਪਾਂ ਪੈਸੇ ਪੇ ਕਰ ਰਹੇ ਹੁੰਦੇ ਆ, ਲਾਈਨ ਆਫ ਕ੍ਰੈਡਿਟ ਤੇ 7-8% ਪੈਸੇ ਪੇ ਕਰ ਰਹੇ ਹੁੰਦੇ ਆ। ਜਿਹੜੀ ਇਕੁਇਟੀ ਇੰਨੀ ਸਾਰੀ ਪਈ ਆ ਉੱਤੇ ਸਾਨੂੰ 1.5, 2, 2.5% ਤੇ ਪੈਸੇ ਮਿਲ ਜਾਣੇ ਆ, ਉਹ ਆਪਾਂ ਯੂਜ਼ ਨਹੀਂ ਕਰ ਰਹੇ ਹੁੰਦੇ। ਸੋ ਬਿਲਕੁਲ ਜਿਨ੍ਹਾਂ ਲੋਕਾਂ ਦੇ ਕੋਲ ਪਹਿਲੀਆਂ ਪ੍ਰਾਪਰਟੀਆਂ ਨੇ ਉਹ 'ਚ ਇਕੁਇਟੀ ਬਿਲਡ ਹੋ ਗਈ ਹੈ ਔਰ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਤੁਸੀਂ ਪੈਸੇ ਕਿਵੇਂ ਕੱਢਣੇ ਆ, ਤੇ ਦਿਲ ਤੇ ਦਿਮਾਗ ਤੇ ਜ਼ੋਰ ਨਹੀਂ ਪਾਉਣਾ, ਫਟਾਫਟ ਤੁਸੀਂ ਮੈਨੂੰ ਆਪਣਾ ਫੋਨ ਘਮਾਉਣਾ, ਮੇਰਾ ਨੰਬਰ ਲਾਉਣਾ। ਬਿਲਕੁਲ, ਜਿਵੇਂ ਅਸੀਂ ਸੈਕੰਡ ਮੌਰਗੇਜ ਦੀ ਗੱਲ ਕਰ ਰਹੇ ਹਾਂ ਕਿ ਸੈਕੰਡ ਮੌਰਗੇਜ ਰੀਫਾਈਨੈਂਸਿੰਗ ਇਕੁਇਟੀ ਬਣੀ ਆ ਉਹਨੂੰ ਤੁਸੀਂ ਕਰ ਸਕਦੇ ਆ, ਹੁਣ ਇਹ ਪ੍ਰੋਸੈਸ ਸਟਾਰਟ ਕਿਵੇਂ ਕਰ ਸਕਦੇ ਆ? ਪਹਿਲਾਂ ਤਾਂ ਇਹ ਦੱਸੋ, ਤੇ ਨਾਲੇ ਕਿੰਨਾ ਕੁ ਔਖਾ ਪ੍ਰੋਸੈਸ ਹੈ? ਨੰਬਰ 1 ਇਹ ਵੀ ਔਖਾ ਤਾਂ ਪ੍ਰੋਸੈਸ ਕੋਈ ਹੈ ਨਹੀਂ। ਜਿਹੜੀ ਬੈਂਕ ਹੈ ਉਹ ਤੁਹਾਨੂੰ ਇਹ ਦੇਖੇਗੀ ਜੀ ਤੁਹਾਡੀ ਇਨਕਮ ਕਿੰਨੀ ਹੈ ਜਾਂ ਤੁਹਾਡੀ ਪ੍ਰਾਪਰਟੀ ਦੀ ਇਨਕਮ ਕਿੰਨੀ ਹੈ। ਸੋ ਕਈ ਵਾਰ ਤੁਹਾਡੀ ਇਨਕਮ ਦੇ ਨਾਲ ਨਾਲ ਪ੍ਰਾਪਰਟੀ ਦੀ ਇਨਕਮ ਵੀ ਹੁੰਦੀ ਆ। ਲੈਟਸ ਸੇ ਕਿ 2 ਬੇਸਮੈਂਟਾਂ ਨੇ, 2 ਬੈਡਰੂਮ ਦੀਆਂ ਨੇ, ਹੋ ਸਕਦਾ ਦੋਨੇ ਬੇਸਮੈਂਟਾਂ 1500 ਜਾਂ 2000 ਡਾਲਰ ਰੈਂਟ ਤੇ ਲੱਗੀਆਂ ਹੋਣ। ਸੋ ਤੁਹਾਡੀ ਜਿਹੜੀ ਪ੍ਰਾਪਰਟੀ ਉਹ ਵੀ 4000 ਡਾਲਰ ਮਹੀਨੇ ਦਾ ਕਮਾ ਰਹੀ ਹੈ। 4000 ਨੂੰ ਜੇ ਆਪਾਂ 12 ਨਾਲ ਗੁਣਾ ਕਰਦੇ ਹਾਂ 48000 ਡਾਲਰ ਦੀ ਪ੍ਰਾਪਰਟੀ ਦੀ ਇਨਕਮ ਹੈ। ਇਸ ਤੋਂ ਇਲਾਵਾ ਤੁਹਾਡੀ ਆਪਣੀ ਇਨਕਮ ਹੈ, ਤੇ ਜਿੰਨੀ ਤੁਹਾਡੀ ਇਨਕਮ ਹੋਵੇ ਉਹਨੂੰ ਤਕਰੀਬਨ 5 ਟਾਈਮਸ ਤੁਹਾਨੂੰ ਮੌਰਗੇਜ ਮਿਲ ਜਾਂਦੀ ਹੈ। ਜੇ ਤੁਹਾਡਾ ਫੋਰ ਐਗਜ਼ਾਮਪਲ ਘਰ ਤੇ ਲੋਨ 2, 3 ਜਾਂ 4 ਲੱਖ ਦਾ ਹੈ ਤੇ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਮਿਲੀਅਨ ਦੀ ਹੈ, ਤੁਸੀਂ 80% ਤੱਕ ਪੈਸੇ ਲੈ ਸਕਦੇ ਆ, 8 ਲੱਖ ਡਾਲਰ ਲੈ ਸਕਦੇ ਆ। ਉਹ 8 ਲੱਖ ਦੇ ਵਿੱਚੋਂ 2 ਤਰ੍ਹਾਂ ਫਿਰ ਯੂਜ਼ ਕਰ ਸਕਦੇ, ਜਾਂ ਤਾਂ ਜਿਹੜੀ ਪਹਿਲੀ ਮੌਰਗੇਜ ਉਹਨੂੰ ਪੇ ਆਫ ਕਰ ਦਿਓ 2 ਲੱਖ ਵਾਲੀ ਨੂੰ, ਤੇ 8 ਲੱਖ ਦੀ ਮੌਰਗੇਜ ਬਣ ਗਈ। ਸੋ ਸੈਕੰਡ ਦੀ ਵੀ ਲੋੜ ਨਹੀਂ ਪਈ, ਪਹਿਲੀ ਮੌਰਗੇਜ 8 ਲੱਖ ਦੀ ਹੋ ਗਈ। 2 ਲੱਖ ਪੇ ਕੀਤੇ, 6 ਲੱਖ ਡਾਲਰ ਤੁਹਾਡੇ ਖਾਤੇ 'ਚ ਆ ਗਏ, ਬੈਂਕ ਅਕਾਊਂਟ 'ਚ ਆ ਗਏ, ਤੁਹਾਡੀ ਜੇਬ ਦੇ ਵਿੱਚ ਆ ਗਏ। 6 ਲੱਖ ਡਾਲਰ ਹੁਣ ਤੁਸੀਂ ਕੀ ਕਰਨਾ ਆ ਉਹ ਤੁਹਾਡੀ ਮਰਜ਼ੀ ਆ। ਤੁਸੀਂ ਉਸ ਪੈਸਿਆਂ ਨੂੰ ਕਿਸੇ ਪ੍ਰਾਪਰਟੀ 'ਚ ਇਨਵੈਸਟ ਕਰ ਸਕਦੇ ਹੋ, ਰੈਂਟਲ ਪ੍ਰਾਪਰਟੀ ਲੈ ਲਓ। ਤੁਸੀਂ ਪ੍ਰੀ ਸੇਲ ਪ੍ਰਾਪਰਟੀਆਂ ਮਲਟੀਪਲ 6 ਲੈ ਸਕਦੇ ਹੋ, ਥੋੜੇ ਪੈਸੇ ਦੇਣੇ ਪੈਂਦੇ ਨੇ 5% ਨਾਲ। ਤੁਸੀਂ ਉਹ ਪੈਸੇ ਪ੍ਰਾਈਵੇਟ ਮਾਰਕੀਟ ਵਿੱਚ ਲਾ ਸਕਦੇ ਹੋ। ਤੁਸੀਂ ਉਹ ਪੈਸੇ ਜਿੱਥੇ ਤੁਹਾਡਾ ਮਨ ਕਰਦਾ, ਅੱਜ ਕੱਲ੍ਹ ਸ਼ੇਅਰ ਮਾਰਕੀਟ 'ਚ ਲੱਗ ਸਕਦੇ ਨੇ, ਜਿੱਥੇ ਵੀ ਜੀ ਕਰਦਾ ਉਹ ਪੈਸੇ ਉੱਥੇ ਲਾ ਕੇ ਗੋਲਡ 'ਚ ਪੈਸੇ ਲਾਏ ਜਾ ਸਕਦੇ ਨੇ। ਪਰ ਸਭ ਤੋਂ ਸੇਫ ਜਿਹੜੀ ਮਾਰਕੀਟ ਗਿਣੀ ਗਈ ਹੈ ਉਹ ਰੀਅਲ ਸਟੇਟ ਹੀ ਗਿਣੀ ਗਈ ਹੈ। ਸੋ ਜੇ ਕੋਈ ਬੰਦਾ ਇਨਵੈਸਟ ਕਰਨਾ ਚਾਹੁੰਦਾ, ਮੈਂ ਇਹ ਰਿਕਮੈਂਡ ਕਰੂੰਗਾ ਕਿ ਪੈਸੇ ਜਾਂ ਰੀਅਲ ਸਟੇਟ 'ਚ ਇਨਵੈਸਟ ਕਰੋ ਜਾਂ ਪ੍ਰਾਈਵੇਟ ਮਾਰਕੀਟ 'ਚ ਇਨਵੈਸਟ ਕਰੋ, ਕਿਉਂਕਿ ਪ੍ਰਾਈਵੇਟ ਮਾਰਕੀਟ ਵੀ ਅਲਟੀਮੇਟਲੀ ਘਰ ਤੇ ਹੀ ਚਾਰਜ ਪੈਂਦਾ ਤੁਹਾਡਾ ਸੈਕੰਡ। ਜਿੱਦਾਂ ਬੈਂਕ ਬੈਠੀ ਹੁੰਦੀ ਹੈ ਪਹਿਲੇ ਨੰਬਰ ਤੇ, ਤੁਸੀਂ ਵੀ ਪਹਿਲੇ ਨੰਬਰ ਤੇ ਜਾਂ ਦੂਏ ਨੰਬਰ ਤੇ ਬਹਿ ਜਾਂਦੇ ਜਾ ਕੇ। ਸੋ ਕਾਫੀ ਸੇਫ ਹੈ ਔਰ ਉਹ ਤੋਂ ਭੱਜਣਾ ਆਸਾਨ ਨਹੀਂ ਹੈ ਕਿਸੇ ਵਾਸਤੇ। ਕੁਝ ਵੀ ਉਹਨਾਂ ਨੇ ਵੇਚਣਾ, ਕੁਝ ਵੀ ਅਗਲਾ ਲੋਨ ਲੈਣਾ, ਪਹਿਲਾਂ ਤੁਹਾਡੇ ਪੈਸੇ ਮੋੜਨਗੇ, ਫਿਰ ਇਹ ਕੰਮ ਹੋਏਗਾ ਜੀ। ਅਸੀਂ ਸੈਕੰਡ ਮੌਰਗੇਜ ਦੀ ਹੁਣ ਗੱਲ ਕਰ ਰਹੇ ਹਾਂ, ਅਸੀਂ ਪਹਿਲਾਂ ਇੱਕ ਘਰ 'ਚ ਬੈਠੇ ਹਾਂ, ਅਸੀਂ ਸੋਚਦੇ ਹਾਂ ਕਿ ਅਸੀਂ ਨਵੀਂ ਪ੍ਰਾਪਰਟੀ ਲੈਣੀ ਹੈ, ਅਸੀਂ ਕਿਤੇ ਹੋਰ ਇਨਵੈਸਟਮੈਂਟ ਕਰਨੀ ਹੈ, ਤੇ ਉਹਦੇ ਲਈ ਇਹ ਆਪਸ਼ਨ ਹੋ ਸਕਦੀ ਹੈ, ਬਹੁਤ ਵਧੀਆ ਆਪਸ਼ਨ ਹੋ ਸਕਦੀ ਹੈ। ਹੁਣ ਕ੍ਰੈਡਿਟ ਤੇ ਇਹ ਹਰਟ ਕਰੂਗਾ ਕਿ ਜੇ ਅਸੀਂ ਸੈਕੰਡ ਮੌਰਗੇਜ ਲਈਏ ਤੇ ਕ੍ਰੈਡਿਟ ਤੇ ਕਿੰਨਾ ਕੁ ਅਸਰ ਪਊਗਾ? ਜੀ ਡੈਫੀਨਿਟਲੀ ਕ੍ਰੈਡਿਟ ਚੈੱਕ ਤਾਂ ਹੋਏਗਾ, ਪਰ ਹਾਂ ਦੁਬਾਰਾ ਹੋਏਗਾ, ਕਿਉਂਕਿ ਤੁਸੀਂ ਹੋ ਸਕਦਾ 5 ਸਾਲ ਪਹਿਲਾਂ ਲਈ ਹੋਵੇ ਮੌਰਗੇਜ, 10 ਸਾਲ ਪਹਿਲਾਂ ਹੋ ਸਕਦਾ, 2 ਸਾਲ ਪਹਿਲਾਂ ਹੋ ਸਕਦੀ ਹੈ। ਕਿਉਂਕਿ ਤੁਹਾਡੀ ਇਕੁਇਟੀ ਤਾਂ ਹੀ ਬਣੇਗੀ ਜੇ ਉਸ ਪ੍ਰਾਪਰਟੀ ਨੂੰ ਲੈਣ ਨੂੰ ਕੁਝ ਟਾਈਮ ਹੋ ਗਿਆ। ਅੱਜ ਪ੍ਰਾਪਰਟੀ ਲੈ ਕੇ ਤੁਸੀਂ ਦੂਸਰੇ ਦਿਨ ਜਾਂ ਹਫ਼ਤੇ ਬਾਅਦ ਕਿਸੇ ਨੂੰ ਕਹੋ ਮੈਨੂੰ ਹੁਣ ਇਹਨੂੰ ਰੀਫਾਈਨਾਂਸ ਕਰ ਦਿਓ, ਨਹੀਂ ਹੋ ਸਕਦੀ, ਕਿਉਂਕਿ ਇੰਨੀ ਉਹ ਪ੍ਰਾਪਰਟੀ ਐਪਰੀਸ਼ੀਏਟ ਅਜੇ ਹੋਈ ਨਹੀਂ। ਸੋ ਲੈਟਸ ਸੇ ਸਾਲ ਕੁ ਤਾਂ ਮੇਰੇ ਖਿਆਲ ਹੋਣਾ ਚਾਹੀਦਾ ਵੀ ਹੋ ਚੁੱਕਾ, ਫਿਰ ਤੁਹਾਡਾ ਕ੍ਰੈਡਿਟ ਚੈੱਕ ਹੋਏਗਾ। ਕ੍ਰੈਡਿਟ ਚੈੱਕ ਇੱਕ ਹਿੱਟ ਵੱਜੇਗਾ, ਜੇ 2 ਪਾਰਟਨਰ ਨੇ ਜਾਂ ਇੱਕ ਬੰਦਾ, ਇੱਕ ਹਿੱਟ ਵੱਜੇਗਾ। ਬਹੁਤਾ ਕ੍ਰੈਡਿਟ ਦੇ ਉੱਤੇ ਨੁਕਸਾਨ ਉਹਦੇ ਨਾਲ ਨਹੀਂ ਹੁੰਦਾ ਜੇ ਤੁਹਾਡਾ ਕ੍ਰੈਡਿਟ ਆਮ ਤੌਰ ਤੇ ਵਧੀਆ ਹੈਗਾ। ਸੋ ਕ੍ਰੈਡਿਟ ਤੇ ਡਰਨ ਦੀ ਲੋੜ ਨਹੀਂ, ਪਰ ਕ੍ਰੈਡਿਟ ਚੈੱਕ ਹੁੰਦਾ ਹੈ, ਕ੍ਰੈਡਿਟ ਚੈੱਕ ਹੋਏਗਾ, ਪਰ ਬਹੁਤ ਜ਼ਿਆਦਾ ਡੈਮੇਜ ਨਹੀਂ ਕਰਨਗੀ ਬੈਂਕ ਤੁਹਾਨੂੰ। ਪਰ ਹਾਂ ਇਹ ਵੀ ਹੁੰਦਾ ਕਈ ਵਾਰ ਕਈ ਬੰਦੇ ਕੀ ਕਰਦੇ ਨੇ, ਅੱਜ BMO ਚੱਲ ਗਿਆ, ਕੱਲ ਸਕੋਸ਼ੀਆ ਚੱਲ ਗਿਆ, RBC ਚੱਲ ਗਿਆ, ਬੈਂਕਾਂ ਦੇ ਗੇੜੇ ਲਾਉਂਦੇ ਨੇ ਪੁੱਛਣ ਵਾਸਤੇ ਵੀ ਸਾਨੂੰ ਮੌਰਗੇਜ ਮਿਲ ਜਾਏਗੀ, ਐਪਲੀਕੇਸ਼ਨ ਕਰਨ ਲੱਗ ਪੈਂਦੇ ਨੇ, ਉਹ ਵੀ ਸਾਰੀਆਂ ਬੈਂਕਾਂ ਕ੍ਰੈਡਿਟ ਚੈੱਕ ਕਰਨ ਲੱਗ ਪੈਂਦੀਆਂ, ਫਿਰ ਡੈਮੇਜ ਹੋਏਗਾ। ਸੋ ਸਾਰੀਆਂ ਬੈਂਕਾਂ ਕੋਲ ਨਹੀਂ ਜਾਣਾ, ਉਸ ਬੰਦੇ ਕੋਲ ਜਾਣਾ ਜਿਹੜਾ ਸਾਰੀਆਂ ਬੈਂਕਾਂ ਨਾਲ ਡੀਲ ਕਰਦਾ ਹੋਵੇ। ਇਹ ਵਧੀਆ ਆਪਸ਼ਨ ਹੋ ਸਕਦੀ ਹੈ। ਆਪ ਨਹੀਂ ਜਾਣਾ ਬੈਂਕਾਂ ਦੇ ਕੋਲ, ਕਿਉਂਕਿ ਫਿਰ ਉਹ ਇੱਕ ਆਪਣਾ ਡਿਫਰੈਂਟ ਵਿਸ਼ਾ ਹੈ ਕਿ ਜੋ ਬੈਂਕ ਵਾਲੇ ਕੋਲ ਜਾਂਦੇ ਆ ਉਹ ਤੁਹਾਡੇ ਲਈ ਨਹੀਂ ਕੰਮ ਕਰ ਰਿਹਾ ਹੁੰਦਾ, ਉਹ ਬੈਂਕ ਵਾਸਤੇ ਕੰਮ ਕਰ ਰਿਹਾ ਹੁੰਦਾ। ਤੁਸੀਂ ਮੌਰਗੇਜ ਬ੍ਰੋਕਰ ਕੋਲ ਜਾਣਾ ਜਿਹੜਾ ਤੁਹਾਡੇ ਲਈ ਕੰਮ ਕਰੇਗਾ ਤੇ ਬੈਂਕ ਵਾਲੇ ਨਾਲ ਲੜ ਕੇ ਤੁਹਾਨੂੰ ਵਧੀਆ ਰੇਟ ਲੈ ਕੇ ਦੇਗਾ। ਬਿਲਕੁਲ, ਤੁਸੀਂ ਹੁਣ ਸੈਕੰਡ ਮੌਰਗੇਜ ਦੀ ਗੱਲ ਕੀਤੀ ਹੈ ਤੇ ਤੁਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਕਿ ਕਿਸੇ ਕੋਲ 6 ਲੱਖ ਨਿਕਲ ਸਕਦਾ ਹੈ, 4 ਲੱਖ ਨਿਕਲ ਸਕਦਾ, 8 ਲੱਖ ਨਿਕਲ ਸਕਦਾ। ਤੁਹਾਨੂੰ ਕਿੰਨਾ ਸਪੈਂਡ ਕਰਨਾ ਚਾਹੀਦਾ ਦੂਜੇ ਤੇ? ਕਿੰਨੀ ਕੁ ਇੱਕ ਅਮਾਉਂਟ ਹੋਣੀ ਚਾਹੀਦੀ ਹੈ ਕਿ ਤੁਸੀਂ ਦੂਜੇ ਘਰ ਤੇ ਸਪੈਂਡ ਕਰ ਸਕੋ? ਆਪਾਂ ਜਦੋਂ ਵੀ ਸੈਕੰਡ ਪ੍ਰਾਪਰਟੀ ਲੈਣੀ ਹੈ 20% ਡਾਊਨ ਪੇਮੈਂਟ ਯੂਜ਼ਲੀ ਮੰਗਦੇ ਨੇ ਉਹ। ਸੋ 20% ਹੁਣ ਡਿਪੈਂਡ ਹੈ ਵੀ ਪ੍ਰਾਪਰਟੀ ਕਿੱਦਾਂ ਦੀ ਲੈ ਰਹੇ ਆ। ਜੇ ਤਾਂ ਆਪਾਂ ਕੌਂਡੋ ਲੈ ਰਹੇ ਆ ਤਾਂ $1 ਲੱਖ ਜੀ। ਸੋ ਤੁਹਾਡੇ ਕੋਲ ਜੇ 8 ਲੱਖ ਨਿਕਲਿਆ ਤਾਂ 8 ਕੌਂਡੋ ਤੁਸੀਂ ਕਰ ਸਕਦੇ ਹੋ ਬਾਏ, ਤੇ ਜੇ ਤੁਸੀਂ ਟਾਊਨ ਹਾਊਸ ਲੈ ਰਹੇ ਹੋ
ਤਾਂ ਉਹ ਤੇ $2 ਲੱਖ ਚਾਹੀਦਾ। ਜੀ। ਤੇ ਜੇ ਘਰ ਲੈ ਰਹੇ ਹੋ, ਮੇਰਾ ਖਿਆਲ ਹੈ ਕਿ ਅੱਜ ਕੱਲ 12-15 ਲੱਖ ਤੋਂ ਘੱਟ ਕੋਈ ਘਰ ਹੋਏਗਾ ਨਹੀਂ, ਸੋ ਉਹਦਾ 20% ਤਕਰੀਬਨ $3 ਲੱਖ ਬਣ ਜਾਂਦਾ। ਸੋ ਇੰਨੇ ਕੁ ਪੈਸੇ ਤੁਹਾਨੂੰ ਲੋੜ ਪਏਗੀ ਡਾਊਨ ਪੇਮੈਂਟ ਕਰਨ ਲਈ, ਇੰਨੇ ਤੁਸੀਂ ਸਪੈਂਡ ਕਰ ਸਕਦੇ ਆ। ਪਰ ਆਪਣੀ ਇਨਕਮ ਵੀ ਨਾਲ ਤੁਸੀਂ ਕੰਪੇਅਰ ਕਰਨਾ ਕਿ ਤੁਹਾਡੇ ਕੋਲ ਐਕਸਟਰਾ ਕੈਸ਼ ਫਲੋ ਕਿੰਨਾ ਆ। ਪੈਸੇ ਤੁਹਾਨੂੰ ਮਿਲ ਜਾਣੇ ਤੁਹਾਡੀ ਪਹਿਲੀ ਪ੍ਰਾਪਰਟੀ ਤੋਂ ਸੈਕੰਡ ਮਾਰਗੇਜ ਕਰਕੇ, ਪਰ ਕਿਸ਼ਤਾਂ ਤੁਸੀਂ ਕੋਲੋਂ ਦੇਣੀਆਂ। ਪਹਿਲੀ ਕਿਸ਼ਤ ਤੁਹਾਡੀ 8 ਲੱਖ ਦੀ ਕਿੰਨੀ ਬਣੇਗੀ ਉਹਦਾ, ਤੇ ਜਿਹੜੀ ਸੈਕੰਡ ਪ੍ਰਾਪਰਟੀ ਲੈ ਰਹੇ ਹੋ, ਜੇ ਉਹ ਰੈਂਟਲ ਲੈ ਰਹੇ ਹੋ ਤਾਂ ਕਿੰਨਾ ਰੈਂਟ ਆਏਗਾ, ਤੇ ਜੇ ਇਨਵੈਸਟਮੈਂਟ ਪ੍ਰਾਪਰਟੀ ਆ, ਰੈਂਟ ਇੱਕਦਮ ਨਹੀਂ ਹੋਣਾ, ਉਹਦੀ ਕਿਸ਼ਤ ਮਹੀਨੇ ਦੀ ਕਿੰਨੀ ਬਣੇਗੀ, ਉਹਦਾ ਦੋਨਾਂ ਦਾ ਮੈਥ ਕਰਕੇ ਉਹ ਤੁਸੀਂ ਪੇਮੈਂਟ ਚਲਾਉਣੀ ਆ। ਉਹਦੇ ਬਾਰੇ ਧਿਆਨ ਰੱਖਣਾ ਵੀ ਇੰਨੇ ਪੈਸੇ ਤੁਹਾਡੇ ਕੋਲ ਕਿਸੇ ਸੋਰਸ ਤੋਂ ਆ ਰਹੇ ਨੇ, ਜਾਂ ਤੁਹਾਡੇ ਕੋਲ ਉਹ ਪੈਸੇ 1 ਸਾਲ ਦੇ 2 ਸਾਲ ਦੇ ਬੈਂਕ 'ਚ ਪਏ ਨੇ, ਤੁਹਾਡੀ ਕਿਸ਼ਤਾਂ ਚੱਲਣੀਆਂ, ਤੇ ਫਿਰ ਤੁਸੀਂ ਪ੍ਰਾਪਰਟੀ 'ਚ ਇਨਵੈਸਟ ਕਰਨਾ। ਹੁਣੇ ਮੈਂਸ਼ਨ ਕੀਤਾ ਤੁਸੀਂ ਵੀ ਰੈਂਟਲ ਹੈ ਕਿ ਵਕੇਸ਼ਨ ਪ੍ਰਾਪਰਟੀ ਹੈ, ਸੋ ਇਹਦੇ ਵਿੱਚ ਵੀ ਕੋਈ ਫਰਕ ਹੁੰਦਾ? ਡੈਫੀਨੇਟਲੀ ਜਿਹੜੀ ਵਕੇਸ਼ਨ ਪ੍ਰਾਪਰਟੀ ਹੈ ਕਈ ਵਾਰ ਉਹ ਰੈਂਟਲ ਨਹੀਂ ਹੁੰਦੀ, ਪਰ ਲੋਕ ਵਕੇਸ਼ਨ ਨੂੰ ਵੀ ਰੈਂਟਲ ਕਰ ਦਿੰਦੇ ਆ। ਵਕੇਸ਼ਨ ਪ੍ਰਾਪਰਟੀ ਹੈ ਵੀ ਤੁਹਾਡੇ ਵਿਸਲਰ ਦੇ ਵਿੱਚ ਇੱਕ ਕੌਂਡੋ ਲੈ ਕੇ ਤੁਸੀਂ ਰੱਖਿਆ ਹੋਇਆ, ਤੇ ਉਹ ਜਿਹੜੇ ਲੋਕ ਉੱਥੇ ਜਾਂਦੇ ਨੇ ਘੁੰਮਣ ਫਿਰਨ ਵਾਸਤੇ, ਉਹਨਾਂ ਨੂੰ ਤੁਸੀਂ ਰੈਂਟ ਕਰ ਰਹੇ ਹੋ, ਕੰਪਨੀ ਹਾਇਰ ਕਰ ਲਈ, ਬਹੁਤ ਸਾਰੀਆਂ ਕੰਪਨੀਆਂ ਦੇ ਉੱਤੇ। ਪਰ ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਵਕੇਸ਼ਨ ਹੋਮ ਨੇ ਪਰ ਉਹ ਰੈਂਟ ਹੀ ਨਹੀਂ ਕਰਦੇ, ਤੇ ਫਿਰ ਜੇ ਤੁਸੀਂ ਰੈਂਟ ਨਹੀਂ ਉਹਨੂੰ ਕਰ ਰਹੇ, ਇਹਦਾ ਮਤਲਬ ਸਾਰਾ ਕਿਸ਼ਤ ਜਿਹੜੀ ਸਾਰਾ ਖਰਚਾ ਕੋਲੋਂ ਦੇ ਰਹੇ ਹੋ। ਤੇ ਇੱਕ ਵਕੇਸ਼ਨ ਹੋਮ ਤੇ ਇੱਕ ਇਨਵੈਸਟਮੈਂਟ ਪ੍ਰਾਪਰਟੀ, ਤੁਸੀਂ ਦੂਜੀ ਗੱਲ ਪੁੱਛੀ। ਇਨਵੈਸਟਮੈਂਟ ਪ੍ਰਾਪਰਟੀ ਤਾਂ ਸਿੱਧੀ ਸਾਦੀ ਇਨਵੈਸਟਮੈਂਟ ਪ੍ਰਾਪਰਟੀ ਹੈ, ਜੇ ਤੇ ਤੁਸੀਂ ਪੈਸੇ ਲਾਏ ਆ ਤੇ ਉਹਨੂੰ ਰੈਂਟ ਤੇ ਚੜਾਇਆ ਹੋਇਆ, ਉਹਦੇ ਤੁਹਾਨੂੰ ਹਰ ਮਹੀਨੇ ਕਿਸ਼ਤਾਂ ਆ ਰਹੀਆਂ ਨੇ, ਰੈਂਟ ਆ ਰਿਹਾ, ਤਕਰੀਬਨ ਇੰਨਾ ਕੁ ਰੈਂਟ ਆ ਜਾਂਦਾ ਜਿੰਨੀ ਕਿ ਤੁਹਾਡੀ ਕਿਸ਼ਤ ਹੋਵੇ। ਸੋ ਵਕੇਸ਼ਨ ਜਿਹੜਾ ਹੋਮ ਹੈ, ਮੈਂ ਤਾਂ ਇਹ ਰਿਕਮੈਂਡ ਕਰਦਾ ਹੁੰਦਾ ਕਿ ਜਦੋਂ ਤੁਸੀਂ ਜਾਣਾ ਉਦੋਂ ਉਹਨੂੰ ਤੁਸੀਂ ਯੂਜ਼ ਕਰੋ। Airbnb ਜਾਂ ਇੱਦਾਂ ਦੀਆਂ ਕਈ ਕੰਪਨੀਆਂ ਨੇ, ਉਹਨਾਂ ਨਾਲ ਕੰਟਰੈਕਟ ਕਰਕੇ ਤੁਸੀਂ ਉਹਨੂੰ ਰੈਂਟ ਤੇ ਚੜਾਓ, ਤਾਂ ਕਿ ਜਦੋਂ ਤੁਸੀਂ ਨਹੀਂ ਯੂਜ਼ ਕਰ ਰਹੇ ਤੁਹਾਨੂੰ ਕੋਈ ਇਨਕਮ ਆਉਂਦੀ ਹੋਵੇ। ਸੋ ਇਹ ਫਰਕ ਹੋ ਸਕਦਾ ਹੈ ਕਿ ਤੁਸੀਂ ਜਿੱਥੇ ਮਰਜ਼ੀ ਇਨਵੈਸਟ ਕਰਦੇ ਆ, ਪਰ ਉਹ ਦੇਖ ਕੇ ਇਨਵੈਸਟ ਕਰਨਾ ਹੈ ਕਿ ਤੁਸੀਂ ਕਿੱਥੇ ਆ ਕੇ ਇਨਵੈਸਟ ਕਰ ਰਹੇ ਆ। ਹੁਣ ਸੈਕਿੰਡ ਪ੍ਰਾਪਰਟੀ ਦੀ ਅਸੀਂ ਗੱਲ ਕਰ ਰਹੇ ਹਾਂ। ਹੁਣ ਦੂਜੀ ਪ੍ਰਾਪਰਟੀ ਇੱਕ ਘਰ ਸੀਗਾ, ਉਹਦੇ ਚ ਇਕੁਇਟੀ ਆਈ ਸਾਨੂੰ, ਅਸੀਂ ਦੂਜਾ ਘਰ ਲੈ ਲਿਆ। ਹੁਣ ਕਿੰਨਾ ਕੁ ਡਾਊਨ ਸਾਈਡ ਹੋ ਸਕਦੀ ਹੈ ਅਸੀਂ ਜਦੋਂ ਇਹ ਇਨਵੈਸਟਮੈਂਟ ਕਰਦੇ ਆ, ਦੂਜੀ ਇਨਵੈਸਟਮੈਂਟ ਕਰਦੇ ਆ? ਡਾਊਨ ਸਾਈਜ਼ ਮੀਨਸ ਵੀ ਕਿੰਨੇ ਪੈਸੇ ਮੈਕਸਿਮਮ ਲੈ ਸਕਦੇ ਆ, ਇਹ ਕੁਐਸਚਨ ਤੁਹਾਡਾ? ਡਾਊਨ ਸਾਈਜ਼ ਵੀ ਕੋਈ ਇਹਦਾ ਕੋਈ ਲੈਣ ਦਾ ਕੋਈ ਨੁਕਸਾਨ ਹੋ ਸਕਦਾ? ਓਕੇ, ਦੇਖੋ ਰੀਅਲ estate ਨੁਕਸਾਨ ਤਾਂ ਨਹੀਂ ਹੁੰਦਾ, ਪਰ ਸ਼ਾਰਟ ਟਰਮ ਨੁਕਸਾਨ ਨਹੀਂ ਮੈਂ ਕਹੂੰਗਾ। ਤੁਸੀਂ ਥੋੜੇ ਬਹੁਤੇ ਜਿਹੜੀ ਕਿਸ਼ਤਾਂ ਦੇਣੀਆਂ ਨੇ ਉਹਦੇ ਲਈ ਤੁਹਾਨੂੰ ਆਪਣੀ ਇਨਕਮ ਦੇਖਣੀ ਪਏਗੀ। ਇਹੀ ਇੱਕ ਚੀਜ਼ ਹੈ ਜਿਹੜੀ ਆਪਾਂ ਨੂੰ ਖਿਆਲ 'ਚ ਰੱਖਣੀ ਹੈ ਕਿ ਜਦੋਂ ਤੁਸੀਂ ਸੈਕੰਡ ਪ੍ਰਾਪਰਟੀ ਲੈਂਦੇ ਹੋ, ਇਹ ਨਹੀਂ ਇਕੱਲਾ ਦੇਖਣਾ ਕਿ ਸੈਕੰਡ ਪ੍ਰਾਪਰਟੀ ਦੀ ਕਿਸ਼ਤ ਕਿੰਨੀ ਆ, ਪਹਿਲੀ ਪ੍ਰਾਪਰਟੀ ਦੀ ਕਿਸ਼ਤ ਵੀ ਥੋੜੀ ਵਧੇਗੀ ਜੇ ਤੁਸੀਂ ਉੱਤੇ ਰੀਫਾਈਨਾਂਸ ਕਰ ਰਹੇ ਹੋ ਜਾਂ ਸੈਕੰਡ ਮਾਰਗੇਜ ਲੈ ਰਹੇ ਹੋ। ਸੋ ਉਹਦੀ ਟੋਟਲ ਕਿਸ਼ਤ, ਸੈਕੰਡ ਪ੍ਰਾਪਰਟੀ ਦੀ ਟੋਟਲ ਜਿਹੜੀ ਤੁਹਾਡੀ ਮਾਰਗੇਜ ਦੀ ਇੰਸਟਾਲਮੈਂਟ ਹੈ, ਉਹ ਦੋਨਾਂ ਦਾ ਟੋਟਲ ਕਰਕੇ ਮਾਈਨਸ ਜਿੰਨੇ ਰੈਂਟ ਆ ਰਹੇ ਨੇ ਉਹ ਘਟਾ ਕੇ ਜੇ ਤੁਸੀਂ ਅਫੋਰਡ ਕਰ ਰਹੇ ਹੋ ਤਾਂ ਕਰਨਾ ਚਾਹੀਦਾ। ਕਿਹੜੇ ਹੋਰ ਫੈਕਟਰ ਕਾਊਂਟ ਕਰਦੇ ਆ ਜਦੋਂ ਤੁਸੀਂ ਸੈਕੰਡ ਪ੍ਰਾਪਰਟੀ ਲੈਣੀ ਹੈ? ਦੇਖੋ, ਇੱਕ ਤਾਂ ਲੋਕੇਸ਼ਨ ਬਹੁਤ ਵੱਡੀ ਗੱਲ ਹੈ ਵੀ ਤੁਸੀਂ ਪ੍ਰਾਪਰਟੀ ਲੈ ਕਿੱਥੇ ਰਹੇ ਹੋ। ਜੇ ਉਹ ਪ੍ਰਾਪਰਟੀ ਤੁਹਾਡੀ ਡਿਪੈਂਡ ਹੈ ਕੀ ਲੈ ਰਹੇ ਹੋ, ਲੈਟਸ ਸੇ ਕੌਂਡੋ ਲੈ ਰਹੇ ਆ, ਤੇ ਜੇ ਡਾਊਨਟਾਊਨ ਵਿੱਚ ਲੈ ਰਹੇ ਆ ਜਿੱਥੇ ਕੋਲੇ ਹੀ ਬੱਸ ਸਟੇਸ਼ਨ ਹੈ, ਕੋਲੇ ਸਕਾਈ ਟ੍ਰੇਨ ਹੈ, ਸ਼ਾਪਿੰਗ ਮਾਲ ਹੈ, ਉਹ ਵਧੀਆ ਜਗ੍ਹਾ ਗਿਣੀ ਜਾਂਦੀ ਹੈ। ਉੱਥੋਂ ਕੋਈ ਵਿਊ ਆ ਰਿਹਾ ਵਧੀਆ, ਉਹ ਵਧੀਆ ਜਗ੍ਹਾ ਗਿਣੀ ਜਾਂਦੀ ਹੈ। ਯੂਨੀਵਰਸਿਟੀ ਹੈ ਨੇੜੇ, ਕਾਲਜ ਹੈ ਨੇੜੇ, ਉਹ ਵਧੀਆ ਜਗ੍ਹਾ ਗਿਣੀ ਜਾਂਦੀ ਹੈ। ਹਸਪੀਟਲ ਹੈ ਨੇੜੇ, ਉਹ ਵੀ ਵਧੀਆ ਗਿਣੀ ਜਾਂਦੀ ਹੈ। ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਗੁਰਦੁਆਰਾ ਮੰਦਿਰ ਹੈ ਨੇੜੇ, ਉਹ ਵੀ ਵਧੀਆ ਜਗ੍ਹਾ ਗਿਣੀ ਜਾਂਦੀ ਹੈ, ਕਿਉਂਕਿ ਡਿਪੈਂਡ ਹੈ ਕਿਸ ਏਜ ਦੇ ਲੋਕ ਉੱਥੇ ਮੂਵ ਹੋ ਰਹੇ ਨੇ। ਸੀਨੀਅਰਸ ਲੋਕ ਜਿਹੜੇ ਹੁੰਦੇ ਨੇ ਯੂਜ਼ਲੀ ਗੁਰਦੁਆਰੇ ਮੰਦਿਰ ਦੇ ਕੋਲ, ਬੱਸ ਸਟਾਪ ਦੇ ਕੋਲ ਘਰ ਲੈਣਾ ਪਸੰਦ ਕਰਦੇ ਨੇ। ਯੂਥ ਜਿਹੜਾ ਨੇ ਹੈਗਾ ਆ, ਯੰਗ ਨੇ ਜਾਂ ਸਟੂਡੈਂਟ ਟਾਈਪ ਨੇ, ਉਹ ਸਕੂਲ ਦੇ ਲਾਗੇ ਛਾਗੇ, ਯੂਨੀਵਰਸਿਟੀ ਦੇ ਨੇੜੇ ਤੇੜੇ ਜਾਂ ਸਕਾਈ ਟ੍ਰੇਨ ਤੇ ਬੱਸ ਦੀ ਐਕਸੈਸ ਜਿੱਥੋਂ ਹੈਗੀ ਉੱਥੇ ਘਰ ਲੈਣਾ ਪਸੰਦ ਕਰਦੇ ਨੇ। ਤੇ ਜਿਹੜੇ ਇਨਵੈਸਟਰਸ ਨੇ, ਆਮ ਲੋਕ ਨੇ, ਉਹ ਯੂਜ਼ਲੀ ਉੱਥੇ ਲੈਣਾ ਲਾਈਕ ਕਰਦੇ ਨੇ ਜਿਨ੍ਹਾਂ ਦੇ ਕੋਲ ਵੱਡੀਆਂ ਜੌਬਾਂ ਨੇ। ਜਿਹੜਾ ਏਰੀਆ ਥੋੜਾ ਜਿਹਾ ਰਿਚ ਏਰੀਆ ਹੁੰਦਾ ਆ, ਜਿੱਥੇ ਤੁਹਾਨੂੰ ਵਿਊ ਵਗੈਰਾ ਜ਼ਿਆਦਾ ਮਿਲਦੇ ਆ, ਥੋੜਾ ਮਹਿੰਗਾ ਏਰੀਆ ਹੁੰਦਾ, ਸੋ ਉਹਨਾਂ ਵਾਸਤੇ ਉੱਥੇ ਇਨਵੈਸਟ। ਸੋ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਕੀ ਚੀਜ਼ ਦੇਖ ਕੇ ਇਨਵੈਸਟ ਕਰ ਰਹੇ ਹੋ, ਉਹਦਾ ਰੈਵਨਿਊ ਵੀ ਉਦਾਂ ਦਾ ਹੀ ਆਏਗਾ। ਜਿੱਦਾਂ ਦੇ ਕਹਿ ਲਓ ਵੀ ਕਲਾਸ ਨੂੰ ਦੇਖ ਕੇ ਤੁਸੀਂ ਇਨਵੈਸਟ ਕਰੋਗੇ, ਉਹਦਾ ਰੈਂਟ ਵੀ ਉਨਾ ਜ਼ਿਆਦਾ ਔਰ ਘੱਟ ਹੋ ਸਕਦਾ। ਜਿਵੇਂ ਆਪਾਂ ਫਸਟ ਟਾਈਮ ਹੋਮ ਬਾਇਰ ਦੀ ਗੱਲ ਕਰਦੇ ਸੀ ਜਾਂ ਜਿਨ੍ਹਾਂ ਨੇ ਘਰ ਲੈਣਾ ਉਹਨਾਂ ਦੀ ਗੱਲ ਕਰਦੇ ਸੀ, ਉਹਦੇ ਵਿੱਚ ਹੁੰਦਾ ਸੀ ਕਿ ਮਲਟੀਪਲ ਲੋਕ ਜਿਹੜੇ ਨੇ ਪਾਰਟਨਰ ਜਿਵੇਂ ਹੁੰਦੇ ਨੇ ਉਹ ਲੈ ਲੈਂਦੇ ਨੇ ਘਰ, ਜਾਂ ਘਰ ਦੇ ਵਿੱਚ ਜਿਵੇਂ ਕੋਈ ਸਪਾਊਸ ਹੈਗਾ, ਫੈਮਿਲੀ ਹੈਗੀ, ਉਹ 2-3 ਜਾਣੇ ਇਕੱਠੇ ਹੋ ਕੇ ਘਰ ਲੈ ਸਕਦੇ। ਇਹ ਸੈਕਿੰਡ ਪ੍ਰਾਪਰਟੀ 'ਚ ਵੀ ਇਸ ਤਰ੍ਹਾਂ ਹੋ ਸਕਦਾ ਹੈ? ਹਾਂਜੀ ਹੋ ਸਕਦਾ। ਜਿਹੜੀ ਆਪਾਂ ਸੈਕੰਡ ਪ੍ਰਾਪਰਟੀ ਲੈਣੀ ਆ, ਇਨਵੈਸਟਮੈਂਟ, ਵਕੇਸ਼ਨ ਜਾਂ ਕੰਸਟਰਕਸ਼ਨ ਦੀ ਵੀ ਹੋ ਸਕਦੀ ਹੈ, ਜਾਂ ਇੰਡਸਟਰੀਅਲ ਵੀ ਹੋ ਸਕਦੀ ਹੈ, ਕੋਈ ਆਫਿਸ ਵੀ ਹੋ ਸਕਦਾ। ਉਹਦੇ ਵੀ ਟਾਈਟਲ ਤੇ ਇੱਕ ਤੋਂ ਵੱਧ ਬੰਦੇ ਆ ਸਕਦੇ ਆ, ਔਰ ਡਾਊਨ ਪੇਮੈਂਟ ਲਈ ਉਹ ਸਾਰੇ ਬੰਦੇ ਕੰਟਰੀਬਿਊਟ ਕਰਨਗੇ। ਜਦੋਂ ਮਾਰਗੇਜ ਹੋਏਗੀ ਸਾਰਿਆਂ ਦੇ ਨਾਂ ਤੇ ਹੋਏਗੀ, ਤਾਂ ਸਾਰਿਆਂ ਦੀ ਕੁਆਲੀਫਿਕੇਸ਼ਨ ਹੋਏਗੀ ਉਹਦੇ ਵਿੱਚ। ਸੋ ਯੈਸ, ਤੁਹਾਡੇ ਕੁਐਸਚਨ ਦਾ ਆਨਸਰ ਇਹੀ ਆ ਕਿ ਜ਼ਿਆਦਾ ਬੰਦੇ ਉਹਦੇ ਵਿੱਚ ਐਜ਼ ਅ ਪਾਰਟਨਰ ਆ ਸਕਦੇ ਨੇ, ਪਰ ਹਰੇਕ ਬੰਦੇ ਦੀ ਐਪਲੀਕੇਸ਼ਨ ਦੇ ਵਿੱਚ ਨਾਮ ਜਾਏਗਾ। ਹੁਣ ਕਿਸੇ ਨੇ ਘਰ ਲੈ ਲਿਆ, ਉਹਨਾਂ ਨੇ ਰੈਂਟ ਤੇ ਵੀ ਨਹੀਂ ਚੜਾਇਆ,
ਵਕੇਸ਼ਨ ਤੇ ਵੀ ਨਹੀਂ ਦਿੱਤਾ ਤੇ ਆਪ ਵੀ ਨਹੀਂ ਜਾ ਰਹੇ, ਉਹ ਸਿਰਫ ਖਾਲੀ ਪਿਆ। ਹੁਣ ਉਹਦਾ ਟੈਕਸ ਲੱਗਦਾ, ਹੁਣ ਗਵਰਨਮੈਂਟ ਉਹਨੂੰ ਟੈਕਸ ਦਿੰਦੀ ਹੈ। ਹੁਣ ਉਹ ਟੈਕਸ ਦੀਆਂ ਕਿੰਨੀਆਂ ਕਿੰਨੀਆਂ ਹਾਨੀਕਾਰਕ ਹੋ ਸਕਦਾ ਖਾਲੀ ਪਿਆ ਘਰ। ਦੇਖੋ ਖਾਲੀ ਪਿਆ ਘਰ ਪਹਿਲਾਂ ਤਾਂ ਗਵਰਨਮੈਂਟ ਅਲਾਉ ਹੀ ਨਹੀਂ ਕਰਦੀ। ਗਵਰਨਮੈਂਟ ਇਹ ਕਹਿੰਦੀ ਹੈ ਵੀ ਜੇ ਤੁਸੀਂ ਜਿਹੜੀ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਵੀ ਖਾਲੀ ਘਰ ਉਹ ਤੇ ਇੱਕ ਐਕਸਟਰਾ ਟੈਕਸ ਲਾ ਦਿੰਦੇ ਤੁਹਾਨੂੰ ਉਹ ਖਾਲੀ ਪਿਆ ਤੇ। ਪਹਿਲੇ ਤਾਂ ਗੱਲ ਇਹ ਹੈ ਵੀ ਉਹਨੂੰ ਖਾਲੀ ਨਾ ਰੱਖੋ। ਅੱਛੀਆਂ ਕੰਪਨੀਆਂ ਨੇ, ਜੇ ਤੁਸੀਂ ਚਾਹੁੰਦੇ ਹੋ ਕਿ ਮੇਨਟੇਨ ਰਹੇ, ਉਹਨਾਂ ਕੰਪਨੀਆਂ ਦੇ ਕੋਲ ਰੈਂਟ ਕਰਾ ਲਓ। ਆਪ ਮੈਨੇਜ ਕਰ ਸਕਦੇ ਹੋ, ਆਪ ਰੈਂਟ ਤੇ ਚੜਾ ਕੇ ਆਪ ਗੇੜਾ ਮਾਰ ਲਓ, ਘਾਹ ਘੂ ਕੱਟਿਓ, ਕਦੀ ਥੋੜਾ ਬਹੁਤਾ ਦੇਖ ਲਓ। ਬਾਕੀ ਇਹ ਹੈ ਵੀ ਖਾਲੀ ਘਰ ਰੱਖਣਾ ਨਾ ਤਾਂ ਗਵਰਨਮੈਂਟ ਲਾਈਕ ਕਰਦੀ ਹੈ, ਨਾ ਹੀ ਆਪਾਂ ਨੂੰ ਮਤਲਬ ਕਹਿ ਲਓ ਵੀ ਐਜ਼ ਏ ਇਕਨੋਮਿਕਲੀ ਫਾਈਨੈਂਸ਼ੀਅਲੀ ਵੀ ਆਪਣੇ ਲਈ ਨੁਕਸਾਨ ਨਹੀਂ ਹੈ। ਇੱਕ ਤਾਂ ਇਹ ਇੱਕ ਪ੍ਰੋਪਰਟੀ ਟੈਕਸ ਲੱਗੇਗਾ ਤੁਹਾਨੂੰ, ਯੂਟਿਲਿਟੀ ਟੈਕਸ ਲੱਗਣਾ ਹੀ ਲੱਗਣਾ ਤੁਹਾਨੂੰ, ਪਾਣੀ ਦਾ ਬਿੱਲ ਆਉਣਾ ਹੀ ਆਉਣਾ ਆ। ਸੋ ਇਹ ਬੈਟਰ ਹੈ ਵੀ ਉਹਨੂੰ ਰੈਂਟ ਤੇ ਹੀ ਕਰੋ ਜਾਂ ਕਿਸੇ ਹੋਰ ਸੋਰਸ ਲਈ ਉਹਨੂੰ ਯੂਜ਼ ਕਰੋ। ਕਈ ਵਾਰ ਲੋਕ ਘਰ ਨੂੰ ਸਟੋਰੇਜ ਵੀ ਯੂਜ਼ ਕਰ ਲੈਂਦੇ ਨੇ, ਆਪਣੇ ਕੁਝ ਕਮਰਿਆਂ ਦੇ ਵਿੱਚ ਕਿਸੇ ਦਾ ਸਮਾਨ ਰਖਾ ਲਿਆ, ਲਿਵਿੰਗ ਰੂਮ ਦੇ ਵਿੱਚ ਕੁਝ ਹੋਰ ਕਰ ਲਿਆ, ਜਾਂ ਨੀਚੇ ਗਰਾਜ ਦੇ ਵਿੱਚ ਕਿਸੇ ਦਾ ਸਟੋਰੇਜ ਦੇ ਦਿੱਤਾ, ਜਾਂ ਬੇਸਮੈਂਟ ਨੂੰ ਐਜ਼ ਏ ਆਫਿਸ ਯੂਜ਼ ਕਰ ਲਿਆ। ਸੋ ਇਦਾਂ ਦੀਆਂ ਚੀਜ਼ਾਂ ਵੀ ਨਿੱਕੇ ਨਿੱਕੇ ਲੋਕ ਬਿਜ਼ਨਸ ਕਰ ਲੈਂਦੇ ਨੇ ਘਰਾਂ ਤੋਂ, ਉਹਨਾਂ ਨੂੰ ਦੇ ਸਕਦੇ ਹੋ। ਸੋ ਜਿਹੜੀ ਵੀ ਪ੍ਰਾਪਰਟੀ ਉਹਨੂੰ ਯੂਜ਼ ਕਰਨਾ ਜ਼ਰੂਰੀ ਹੈ। ਕੈਨੇਡਾ ਸਪੈਸ਼ਲੀ BC ਗਵਰਨਮੈਂਟ ਬਿਲਕੁਲ ਨਹੀਂ ਚਾਹੁੰਦੀ ਕਿ ਤੁਸੀਂ ਆਪਣੀ ਪ੍ਰਾਪਰਟੀ ਲਾਓ ਔਰ ਉਹਨੂੰ ਖਾਲੀ ਰੱਖੋ, ਉਹ ਨਹੀਂ ਪਸੰਦ ਕਰਦੇ, ਇਸ ਕਰਕੇ ਸਮਾਂ ਖਾਲੀ ਤੇ ਟੈਕਸ ਲਾਉਂਦੇ ਆ। ਬਿਲਕੁਲ। ਤੇ ਨਾਲ ਜਦੋਂ ਇਹ ਗੱਲ ਕਿਹਾ ਕਿ ਅਸੀਂ ਇਕੁਇਟੀ ਕੱਢ ਸਕਦੇ ਹਾਂ, ਹੁਣ ਅਸੀਂ ਘਰ ਲਿਆ, ਹੁਣ ਇੱਕ ਦੂਜਾ ਘਰ ਦੇ ਲਈ ਅਸੀਂ ਕਿਹਾ ਕਿ ਹੁਣ ਅਸੀਂ ਦੂਜਾ ਘਰ ਲੈਣਾ ਹੈ, ਉਹਦੇ ਲਈ ਅਸੀਂ ਇਕੁਇਟੀ ਕੱਢ ਲਈ, ਸਾਨੂੰ ਪਤਾ ਸਾਡੇ ਕੋਲ ਇੰਨੇ ਪੈਸੇ ਹੈਗੇ ਆ। ਸੋ ਉਹ ਪੈਸੇ ਹੁਣ ਅਗਲਾ ਜਦੋਂ ਗੱਲ ਕਰਦੇ ਆ ਕਿ ਅਸੀਂ ਅਗਲੀ ਥਾਂ ਦੇ ਉੱਤੇ ਘਰ ਲੈਣਾ, ਜ਼ਰੂਰੀ ਹੈ ਕਿ ਅਸੀਂ BC ਦੇ ਵਿੱਚ ਹੀ ਲੈਣਾ ਹੈ, ਕੈਨੇਡਾ ਦੇ ਵਿੱਚ ਹੀ ਘਰ ਲੈਣਾ, ਅਸੀਂ ਕਿਤੇ ਹੋਰ ਵੀ ਲੈ ਸਕਦੇ ਹਾਂ, ਕਿਸੇ ਹੋਰ ਕੰਟਰੀ ਦੇ ਵਿੱਚ ਵੀ ਜਾ ਕੇ ਘਰ ਲੈ ਸਕਦੇ ਹਾਂ। ਜਿਵੇਂ ਜੇ ਕਿਸੇ ਨੇ ਕੋਈ BC ਦੇ ਵਿੱਚ ਰਹਿੰਦਾ, ਉਹ ਕਹਿੰਦਾ ਮੇਰਾ UK 'ਚ ਘਰ ਹੋਵੇ, ਉਹ ਇਕੁਇਟੀ ਉੱਥੇ ਵੀ ਯੂਜ਼ ਕੀਤੀ ਜਾ ਸਕਦੀ। ਹਾਂਜੀ, ਦੇਖੋ ਪੈਸੇ ਕਿਤੇ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਪਰ ਹੋ ਸਕਦਾ ਤੁਹਾਨੂੰ ਉਸ ਕੰਟਰੀ 'ਚ ਮਾਰਗੇਜ ਨਾ ਮਿਲੇ। US ਜਾਂ UK ਜਾ ਕੇ ਜੇ ਆਪਣੀ ਇਨਕਮ ਕੈਨੇਡਾ ਦੀ ਹੈ, ਅਸੀਂ ਕੈਨੇਡਾ ਦੇ ਵਿੱਚ ਬਾਹਰਲੀ ਇਨਕਮ ਮੰਨਦੇ ਹਾਂ। ਜੇ ਕੋਈ ਅਮਰੀਕਾ 'ਚ ਕੰਮ ਕਰ ਰਿਹਾ, UK 'ਚ ਕੰਮ ਕਰ ਰਿਹਾ, ਉਹ ਇਨਕਮ ਜਿਹੜੀ ਹੈ ਜੇ ਉਹ ਕੈਨੇਡਾ 'ਚ ਲਿਆ ਰਿਹਾ, ਆਪਾਂ ਉਹਨੂੰ ਮੰਨਦੇ ਹਾਂ, ਕੈਨੇਡਾ ਵਿੱਚ ਆਪਾਂ ਨੂੰ ਲੋਨ ਦਿਵਾਉਂਦੇ ਹਾਂ। ਪਰ UK ਤੇ US ਜੇ ਤੁਹਾਡੀ ਇਨਕਮ ਮੰਨੇਗਾ, ਤੁਸੀਂ ਲੋਨ ਲੈ ਕੇ ਮਾਰਗੇਜ ਲੈ ਕੇ ਕਰ ਸਕਦੇ ਹੋ। ਨਹੀਂ ਤਾਂ ਇਕੁਇਟੀ ਦੇ ਪੈਸੇ ਕੱਢ ਕੇ ਤੁਸੀਂ ਕਿਤੇ ਵੀ ਦੁਨੀਆ 'ਚ ਵਰਤ ਸਕਦੇ ਹੋ। ਜੇ ਇੰਡੀਆ 'ਚ ਕਿਸੇ ਨੇ ਕੋਠੀ ਪਾਉਣੀ ਆ ਆਪਣੇ ਪਿੰਡ 'ਚ, ਆਪਣੇ ਸ਼ਹਿਰ 'ਚ, ਉਹ ਕੈਨੇਡਾ ਦੇ ਘਰ ਤੇ ਇਕੁਇਟੀ ਕੱਢ ਕੇ ਸੈਕੰਡ ਮਾਰਗੇਜ ਕਰਕੇ ਜਾਂ ਰੀਫਾਈਨਾਂਸ ਕਰਕੇ ਇੰਡੀਆ 'ਚ ਕੋਠੀ ਪਾ ਸਕਦਾ। ਅਗੇਨ ਡਿਸੀਜਨ ਤੁਹਾਡਾ ਆ ਵੀ ਉਸ ਕੋਠੀ ਦੇ ਕਿੰਨੇ ਪੈਸੇ ਲਾਉਣੇ ਨੇ, ਉਹਦਾ ਤੁਹਾਨੂੰ ਫਾਇਦਾ ਨੁਕਸਾਨ ਕੀ ਹੋਏਗਾ। ਪਰ ਤੁਹਾਡੇ ਕੁਐਸਚਨ ਦਾ ਆਨਸਰ ਬਿਲਕੁਲ ਇਹ ਆ ਕਿ ਹਾਂ ਯੈਸ, ਤੁਸੀਂ ਇੱਥੋਂ ਸੈਕੰਡ ਮਾਰਗੇਜ ਕਰਾ ਕੇ ਜਾਂ ਰੀਫਾਈਨਾਂਸ ਕਰਕੇ ਪੈਸੇ ਕੱਢ ਕੇ 8, 10, 12 ਲੱਖ ਜਿੰਨੇ ਵੀ ਤੁਹਾਨੂੰ ਚਾਹੀਦੇ ਆ, ਉਹ ਜਿੱਥੇ ਮਰਜ਼ੀ ਯੂਜ਼ ਕਰ ਸਕਦੇ ਹੋ। ਉਹ ਤੁਹਾਡੇ ਪੈਸੇ ਨੇ, ਉਹ ਤੁਸੀਂ ਜਿੱਥੇ ਮਰਜ਼ੀ ਲਿਜਾ ਸਕਦੇ ਹੋ। ਜਿਵੇਂ ਤੁਸੀਂ ਕਿਹਾ ਕਿ ਕਿਤੇ ਵੀ ਲਗਾਏ ਜਾ ਸਕਦੇ ਆ, ਘਰ ਲਿਆ ਜਾ ਸਕਦਾ, ਕਿਸੇ ਬਿਜ਼ਨਸ ਦੇ ਵਿੱਚ ਲਗਾਏ ਜਾ ਸਕਦੇ ਆ। ਕੋਈ ਹੋਰ ਬਿਜ਼ਨਸ ਜੇ ਕੋਈ ਕਰਨਾ ਚਾਹੁੰਦਾ ਤਾਂ ਉਹਦੇ ਲਈ ਅਲੱਗ ਰਿਕੁਆਇਰਮੈਂਟਸ ਹੋਣਗੀਆਂ, ਜੇ ਕੋਈ ਬਿਜ਼ਨਸ ਦੇ ਵਿੱਚ ਉਹ ਪੈਸੇ ਨਹੀਂ ਲਾਉਣਾ ਚਾਹੁੰਦਾ ਘਰ ਚੋਂ ਕੱਢ ਕੇ? ਨਹੀਂ, ਉਹ ਤੁਹਾਡੀ ਮਰਜ਼ੀ ਹੈ। ਤੁਸੀਂ ਜੇ ਉਹ ਪੈਸੇ ਇਨਵੈਸਟ, ਕਿਉਂਕਿ ਤੁਸੀਂ ਉਹ ਘਰ ਤੋਂ ਪੈਸੇ ਲੈ ਰਹੇ ਹੋ ਨਾ, ਉਹਦੀ ਗਰੰਟੀ ਘਰ ਦੇ ਰਹੇ ਹੋ। ਬੈਂਕ ਨੂੰ ਨਹੀਂ ਕੋਈ ਮਤਲਬ ਵੀ ਉਹ ਪੈਸੇ ਤੁਸੀਂ ਕਿੱਥੇ ਵਰਤ ਰਹੇ ਹੋ, ਐਜ਼ ਲੌਂਗ ਐਜ਼ ਤੁਸੀਂ ਇਲੀਗਲ ਨਹੀਂ ਵਰਤ ਰਹੇ। ਬੈਂਕ ਨੂੰ ਤਾਂ ਖੈਰ ਉਹਦੇ ਨਾਲ ਵੀ ਮਤਲਬ ਨਹੀਂ, ਪਰ ਉਹ ਫਿਰ ਤੁਹਾਨੂੰ ਗਵਰਨਮੈਂਟ ਫੜੇਗੀ। ਸੋ ਲੀਗਲੀ ਤੌਰ ਤੇ ਉਹ ਪੈਸਾ ਜਿੱਥੇ ਮਰਜ਼ੀ ਵਰਤੋ, ਤੁਹਾਡੀ ਮਰਜ਼ੀ ਹੈ। ਤੁਸੀਂ ਬੱਚਿਆਂ ਨੂੰ ਦੇ ਦਿਓ, ਤੁਸੀਂ ਇਨਵੈਸਟਮੈਂਟ ਕਰ ਲਓ, ਤੁਸੀਂ ਬਿਜ਼ਨਸ ਕਰ ਲਓ, ਤੁਸੀਂ ਟਰੈਵਲ ਕਰ ਲਓ, ਤੁਸੀਂ ਵਕੇਸ਼ਨ ਕਰ ਲਓ, ਜੋ ਮਰਜ਼ੀ ਕਰ ਲਓ, ਤੁਹਾਡੀ ਮਰਜ਼ੀ ਹੈ, ਤੁਹਾਡੇ ਪੈਸੇ ਨੇ। ਕਿਉਂਕਿ ਬੈਂਕ ਨੇ ਤੁਹਾਡੇ ਘਰ ਦੀ ਵੈਲਿਊ ਦੇਖ ਕੇ, ਤੁਹਾਡੀ ਜੌਬ ਦੇਖ ਕੇ ਤੁਹਾਨੂੰ ਪੈਸੇ ਦੇ ਦਿੱਤੇ ਨੇ। ਉਹ ਪੈਸਿਆਂ ਨੂੰ ਕੀ ਕਰਨਾ ਤੁਹਾਡੀ ਮਰਜ਼ੀ ਹੈ, ਕੋਈ ਰਿਸਟ੍ਰਿਕਸ਼ਨ ਨਹੀਂ। ਅੱਛਾ, ਹੁਣ ਅਸੀਂ ਪਹਿਲਾ ਘਰ ਲਿਆ ਹੋਇਆ, ਦੂਜਾ ਘਰ ਵੀ ਲੈ ਲਿਆ, ਸਭ ਕੁਝ ਸਮੂਥ ਚੱਲ ਰਿਹਾ, ਅਚਾਨਕ ਸਾਨੂੰ ਲੱਗਿਆ ਕਿ ਸਾਡਾ ਮਨੀ ਫਲੋ ਜਿਹੜਾ ਉਹ ਘਟ ਗਿਆ, ਜਾਂ ਕਿਸੇ ਕਾਰਨ ਕਰਕੇ ਰੈਂਟ ਤੋਂ ਘਟ ਗਿਆ ਥੋੜੇ ਟਾਈਮ ਦੇ ਲਈ, ਅਸੀਂ ਅਫੋਰਡ ਨਹੀਂ ਕਰ ਪਾਉਂਦੇ, ਤੇ ਉਹਦਾ ਕੀ ਹੱਲ ਹੋ ਸਕਦਾ? ਜਾਂ ਅਸੀਂ ਜਿਹੜਾ ਦੂਜਾ ਘਰ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜੌਬ ਛੁੱਟ ਗਈ ਹੈ, ਸਾਡੀਆਂ ਜੌਬ ਦੀਆਂ ਰਿਕੁਆਇਰਮੈਂਟਸ ਬਦਲ ਗਈਆਂ ਨੇ, ਤਾਂ ਉਹਦੇ ਨਾਲ ਕੀ ਫਰਕ ਪੈ ਸਕਦਾ ਹੈ? ਡੈਫੀਨਿਟਲੀ ਜੇ ਆਪਾਂ ਆਪਣੀਆਂ ਕਿਸ਼ਤਾਂ ਨਹੀਂ ਕਵਰ ਕਰ ਪਾ ਰਹੇ, ਪਹਿਲਾ ਗੱਲ ਕੰਮ ਹੁੰਦੀ ਹੈ ਡਾਊਨ ਸਾਈਜ਼। ਜੇ ਤੁਸੀਂ ਘਰ ਹੈ ਤੇ ਬੇਸਮੈਂਟਾਂ ਨੇ, ਉੱਪਰੋਂ ਬੇਸਮੈਂਟ 'ਚ ਰਹਿਣਾ ਸ਼ੁਰੂ ਕਰ ਦਿਓ, ਉੱਪਰੋਂ ਘਰ ਰੈਂਟ ਕਰ ਦਿਓ। ਉੱਪਰੋਂ ਰੈਂਟ ਜ਼ਿਆਦਾ ਆਏਗਾ, ਤੁਸੀਂ ਬੇਸਮੈਂਟ ਦੇ ਵਿੱਚ ਰਹੋਗੇ ਤਾਂ ਜਿੰਨਾ ਕੁ ਬੇਸਮੈਂਟ ਦਾ ਰੈਂਟ ਹੈ ਉਹਨੂੰ ਤੁਸੀਂ ਅਫੋਰਡ ਕਰਨ ਦੀ ਕੋਸ਼ਿਸ਼ ਕਰੋਗੇ। ਪਹਿਲੀ ਤਾਂ ਇਹ ਗੱਲ ਹੈ ਕਿ ਆਪਣੇ ਆਪ ਨੂੰ ਡਾਊਨ ਸਾਈਜ਼ ਕਰੋ। ਦੂਜਾ, ਜੇ ਤੁਹਾਡੇ ਕੋਲ ਕਾਰਾਂ ਨੇ ਵੱਡੀਆਂ, ਜਿਨ੍ਹਾਂ ਦੀਆਂ ਕਿਸ਼ਤਾਂ ਜਾ ਰਹੀਆਂ ਨੇ ਜ਼ਿਆਦਾ, ਉਹਨਾਂ ਨੂੰ ਡਾਊਨ ਸਾਈਜ਼ ਕਰੋ। ਵੇਚ ਸਕਦੇ ਹੋ ਤਾਂ ਵੇਚੋ, ਜੇ ਤੁਸੀਂ ਮੋੜ ਸਕਦੇ ਹੋ ਤਾਂ ਮੋੜੋ, ਜਾਂ ਉਹ ਤੁਸੀਂ ਕਾਰਾਂ ਦੀ ਕਿਸ਼ਤ ਨੂੰ ਥੋੜ੍ਹੀ ਦੇਰ ਲਈ ਡੈਫਰ ਕਰ ਸਕਦੇ ਹੋ। ਇੱਕ ਸ਼ਬਦ ਕੈਨੇਡਾ ਦੇ ਵਿੱਚ ਕਾਫੀ ਹੈ ਕਿ ਡੈਫਰ ਕਰ ਸਕਦੇ ਹਾਂ। ਆਪਣੇ ਪ੍ਰੋਪਰਟੀ ਟੈਕਸ ਡੈਫਰ ਕਰ ਸਕਦੇ ਹੋ, ਆਪਣੇ ਬਿੱਲ ਤੁਸੀਂ ਡੈਫਰ ਕਰ ਸਕਦੇ ਹੋ। ਡੈਫਰ ਦਾ ਮਤਲਬ ਇਹ ਹੈ ਕਿ ਤੁਸੀਂ ਇਸ ਸਾਲ ਨਹੀਂ ਦੇਣਾ ਚਾਹੁੰਦੇ, ਜਾਂ ਇਸ ਮੌਕੇ 'ਤੇ ਪੈਸੇ ਨਹੀਂ ਦੇਣਾ ਚਾਹੁੰਦੇ ਕਿਉਂਕਿ ਤੁਹਾਡੇ ਕੋਲ ਪੈਸੇ ਹੈ ਨਹੀਂ, ਉਹ ਤੁਸੀਂ ਅਗਲੇ ਸਾਲ ਦੇ ਸਕਦੇ ਹੋ, ਜਾਂ ਉਸ ਤੋਂ ਅਗਲੇ ਸਾਲ ਦੇ ਸਕਦੇ ਹੋ। ਇਹਦੀ ਇੱਕ ਬੜੀ ਸਵੀਟ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ। ਵੈਨਕੂਵਰ ਦੇ ਵਿੱਚ ਸੀਨੀਅਰਸ ਨੇ ਸਿਟੀ ਆਫ ਵੈਨਕੂਵਰ ਦੇ ਨਾਲ ਇੱਕ ਲਿਟੀਗੇਸ਼ਨ, ਇੱਕ ਕੇਸ ਕੀਤਾ
ਕਿ ਅਸੀਂ ਜਦੋਂ ਘਰ ਲਏ ਸੀ ਸਾਡੇ ਘਰ 1-1 2-2 ਲੱਖ ਡਾਲਰ ਦੇ ਸੀ, ਹੁਣ ਸਾਡੇ ਘਰ 2-2 3-3 ਮਿਲੀਅਨ ਡਾਲਰ ਦੇ ਹੋ ਗਏ ਤੇ ਉਹਦੇ ਹਿਸਾਬ ਨਾਲ ਸਿਟੀ ਆਫ ਵੈਨਕੂਵਰ ਨੇ ਉਹਨਾਂ ਦਾ ਪ੍ਰਾਪਰਟੀ ਟੈਕਸ ਵੀ ਵਧਾ ਦਿੱਤਾ। ਉਹ ਉਹਨਾਂ ਦੀ ਇਹ ਕਹਿਣਾ ਸੀ ਕਿ ਅਸੀਂ ਤਾਂ ਰਿਟਾਇਰ ਆ ਤੇ ਸਾਡੀ ਤਾਂ ਪੈਨਸ਼ਨ ਨਹੀਂ ਵਧੀ ਤੇ ਪ੍ਰਾਪਰਟੀ ਟੈਕਸ ਤੁਸੀਂ ਵਧਾ ਦਿੱਤਾ, ਅਸੀਂ ਨਹੀਂ ਆਪਣੇ ਘਰਾਂ ਦੀਆਂ ਵੈਲਿਊ ਵਧਾਉਣੀਆਂ ਤੇ ਸਾਨੂੰ ਤੁਸੀਂ ਘੱਟ ਹੀ ਰਹਿਣ ਦਿਓ ਤੇ ਇਸ ਕਰਕੇ ਅਸੀਂ ਪ੍ਰਾਪਰਟੀ ਟੈਕਸ ਨਹੀਂ ਦੇਣਾ। ਸਿਟੀ ਨੇ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਕਿ ਤੁਸੀਂ ਆਪਣਾ ਪ੍ਰਾਪਰਟੀ ਟੈਕਸ ਨਾ ਦਿਓ, ਡੈਫਰ ਕਰ ਦਿਓ ਇਹਨੂੰ, ਕਿਉਂਕਿ ਤੁਸੀਂ ਇਹ ਕਹਿ ਰਹੇ ਹੋ ਕਿ ਸਾਡਾ ਘਰ ਸਸਤਾ ਹੈ ਅਸੀਂ ਨਹੀਂ ਘਰ ਵੇਚਣਾ। ਉਹ ਕਹਿੰਦੇ ਜਿਸ ਦਿਨ ਤੁਸੀਂ ਘਰ ਵੇਚੋਗੇ ਉਸ ਦਿਨ ਜਿਹੜਾ ਪ੍ਰਾਪਰਟੀ ਟੈਕਸ ਅਸੀਂ ਲੈ ਲਾਂਗੇ ਫਿਰ ਤੁਹਾਡੇ ਕੋਲ। ਸੋ ਸਾਰੀ ਉਮਰ ਜੇ ਤੁਸੀਂ ਪ੍ਰਾਪਰਟੀ ਟੈਕਸ ਨਹੀਂ ਵੀ ਦੇਣਾ ਚਾਹੁੰਦੇ ਨਾ ਦਿਓ, ਜਿਸ ਦਿਨ ਤੁਸੀਂ ਘਰ ਵੇਚਦੇ ਹੋ ਉਸ ਟਾਈਮ ਤੇ ਜਿੰਨਾ ਅਮਾਉਂਟ ਤੁਹਾਡਾ ਪ੍ਰਾਪਰਟੀ ਟੈਕਸ ਬਣਦਾ ਪਲੱਸ ਇੰਟਰਸਟ ਸਿਟੀ ਆਫ ਜਿਹੜੇ ਵੀ ਸ਼ਹਿਰ 'ਚ ਰਹਿੰਦੇ ਉਹ ਕੱਟ ਸਕਦੇ ਆ। ਕਈ ਵਾਰੀ ਹੁੰਦਾ ਨਾ ਵੀ ਲੋਕਾਂ ਨੂੰ ਨਹੀਂ ਜੀ ਸਾਡੇ ਘਰਾਂ ਦੀਆਂ ਹੁਣ ਆਪਾਂ ਅਕਸਰ ਗੱਲ ਸੁਣਦੇ ਰਹਿੰਦੇ ਵੈਲਿਊ ਵਧਾਤੀ ਉਹਦੇ ਨਾਲ ਫਾਇਦਾ ਹੋ ਸਕਦਾ ਕੋਈ ਕਿ ਐਂਡ ਦੇ ਉੱਤੇ ਜਾ ਕੇ ਤਾਂ ਬਹੁਤ ਪ੍ਰਾਪਰਟੀ ਟੈਕਸ ਬਣ ਜਾਣਾ। ਹਾਂ ਪਰ ਹੁਣ ਤਾਂ ਫਾਇਦਾ ਨਾ ਜੀ। ਇੱਕ ਬਜ਼ੁਰਗ ਕਹਿ ਰਿਹਾ ਕਿ ਮੇਰਾ ਘਰ 2 ਲੱਖ ਦਾ ਆ ਪਰ ਉਹ ਵਿਕਦਾ 2 ਮਿਲੀਅਨ ਦਾ ਆ, ਉਹਨੂੰ 18 ਲੱਖ ਵਾਧੂ ਮਿਲ ਰਿਹਾ ਨਾ। ਉਹ ਤਾਂ ਕਹਿ ਨਹੀਂ ਰਿਹਾ ਮੇਰਾ 2 ਮਿਲੀਅਨ ਦਾ ਘਰ ਹੈ, 18 ਲੱਖ ਉਹਨੂੰ ਮਿਲ ਰਿਹਾ। ਦੂਜੇ ਪਾਸੇ ਉਹ ਸਿਟੀ ਦੇ ਪੈਸੇ ਨਹੀਂ ਦੇਣਾ ਚਾਹ ਰਿਹਾ ਸੀਗਾ। ਸਿਟੀ ਦੇ ਪੈਸੇ ਕਿੰਨੇ ਕੁ ਬਣ ਜਾਣਗੇ? 10 ਸਾਲ ਦੇ ਵੀ ਹੋਏ ਤਾਂ 20,000 ਡਾਲਰ ਬਣ ਜਾਣਗੇ, 20 ਸਾਲ ਦੇ ਹੋਏ 40,000 ਬਣ ਜਾਣਗੇ। 18 ਲੱਖ ਚੋਂ 40,000 ਕੱਢ ਵੀ ਦਿਓਗੇ, ਕੀ ਫਰਕ ਪੈ ਰਿਹਾ? ਸਮੁੰਦਰ 'ਚ 2 ਬਾਲਟੀਆਂ ਪਾਣੀ। ਸੋ ਇਹ ਜਿਹੜਾ ਬਹੁਤ ਸਾਰੇ ਲੋਕ ਇਹ ਕੁਐਸਚਨ ਕਰਦੇ ਨੇ ਜੀ ਸਾਡੀ ਪ੍ਰਾਪਰਟੀ ਜੀ ਐਵੇਂ ਸਿਟੀ ਵਧਾਈ ਜਾਂਦਾ ਸਾਡਾ ਪ੍ਰਾਪਰਟੀ ਟੈਕਸ ਵਧਾਉਣ ਲਈ। ਉਹ ਨਾ ਦਿਓ ਪ੍ਰਾਪਰਟੀ ਟੈਕਸ, ਡੈਫਰ ਕਰ ਸਕਦੇ ਹੋ, ਪਰ ਫਿਰ ਤੁਸੀਂ ਆਪਣੀ ਪ੍ਰਾਪਰਟੀ ਮਹਿੰਗੀ ਜਦੋਂ ਵੇਚੋਗੇ ਫਿਰ ਉਦੋਂ ਤੁਹਾਡੇ ਕੋਲ ਪੈਸੇ ਲੈ ਲੈਣਗੇ। ਸੋ ਇਹ ਹੈ ਕਿ ਕੰਨ ਚਾਹੇ ਇਦਾਂ ਨਾਲ ਫੜ ਲਓ ਭਾਵੇਂ ਦੂਜੀ ਤਰ੍ਹਾਂ ਫੜ ਲਓ, ਫੜਨਾ ਤਾਂ ਪੈਣਾ ਹੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਘਰਾਂ ਦੇ ਆਲੇ ਦੁਆਲੇ ਆ, ਮੋਰਗੇਜ ਦੇ ਆਲੇ ਦੁਆਲੇ ਆ। ਤੇ ਇੱਕ ਫਾਇਦਾ ਇਹ ਹੋ ਸਕਦਾ ਹੈ ਕਿ ਤੁਹਾਡੇ ਕੋਲੇ ਆਉਂਦਾ ਕਿ ਮਲਟੀਪਲ ਬੈਂਕਸ ਦੇ ਨਾਲ ਡੀਲ ਕਰਦੇ ਆ ਤੇ ਉਹ ਡੀਲ ਜਿਹੜੀ ਵੀ ਤੁਹਾਡੇ ਲਈ ਫਾਇਦੇਮੰਦ ਹੋਊਗੀ ਉਹ ਲੈ ਕੇ ਤੁਸੀਂ ਤੁਹਾਡੇ ਕਸਟਮਰ ਨੂੰ ਦੇ ਦਿੰਦੇ ਆ। ਤੇ ਅੱਜ ਦੀ ਕਨਵਰਸੇਸ਼ਨ ਚੋਂ ਇਹ ਜ਼ਰੂਰ ਪਤਾ ਲੱਗਿਆ ਕਿ ਇੱਕ ਘਰ 'ਚ ਨਾ ਬੈਠੇ ਰਹੋ, ਆਪਣੇ ਘਰ ਦੀ ਵੈਲਿਊ ਦੇਖੋ, ਕਿਉਂਕਿ ਇਹ ਨਹੀਂ ਕਿ ਅਸੀਂ ਜਦੋਂ ਪਹਿਲਾਂ ਰਹਿੰਦੇ ਆ ਜਾਂ ਪਿਛਲੇ ਅਸੀਂ ਰਹਿੰਦੇ ਆ ਬੈਕ ਹੋਮ ਤਾਂ ਉੱਥੇ ਅਸੀਂ ਦੇਖਦੇ ਆ ਕਿ ਉੱਥੇ ਇੱਕ ਘਰ ਆ ਉਸੇ ਘਰ 'ਚ ਹੀ ਰਹੀ ਜਾਂਦੇ ਆ, ਅਸੀਂ ਫ੍ਰੀ ਘਰ ਹੁੰਦੇ ਆ। ਸੋ ਇੱਥੇ ਵੀ ਫ੍ਰੀ ਹੋ ਸਕਦੇ ਆ ਪਰ ਫ੍ਰੀ ਕਰਨ ਦੇ ਨਾਲ ਨਾਲ ਤੁਸੀਂ ਦੂਜਾ ਘਰ ਤੀਜਾ ਘਰ ਵੀ ਬਣਾ ਸਕਦੇ ਆ। ਸੋ ਅੱਜ ਦੀ ਕਨਵਰਸੇਸ਼ਨ ਤੋਂ ਬਾਅਦ ਟਿਪ ਆਫ ਦਾ ਡੇ ਕੀ ਹੋਏਗਾ ਜੀ? ਟਿਪ ਆਫ ਦਾ ਡੇ ਅਗੇਨ ਇਹੀ ਹੈ ਕਿ ਜਿਹੜਾ ਘਰ ਤੁਸੀਂ ਰਹਿ ਰਹੇ ਹੋ ਉਹਨੂੰ ਇੱਕ ਬਿਜ਼ਨਸ ਦੇ ਐਂਗਲ ਦੇ ਨਾਲ ਦੇਖੋ, ਬਿਜ਼ਨਸ ਦੀ ਨਜ਼ਰ ਦੇ ਨਾਲ ਦੇਖੋ। ਮਿਹਨਤ ਦੀ ਕਮਾਈ ਦੇ ਨਾਲ ਤੁਸੀਂ ਘਰ ਨੂੰ ਫ੍ਰੀ ਕੀਤਾ ਜਾਂ ਮੌਰਗੇਜ ਕੱਟ ਕੀਤੀ ਹੈ, ਉਹਦੀ ਵੈਲਿਊ ਐਪਰੀਸ਼ੀਏਟ ਹੋ ਚੁੱਕੀ ਹੈ। ਉਹਨਾਂ ਪੈਸਿਆਂ ਨੂੰ ਬਿਜ਼ਨਸ ਦੇ ਐਂਗਲ ਤੇ ਯੂਜ਼ ਕਰੋ, ਆਪਣਾ ਫਿਜ਼ੀਕਲ ਕੰਮ ਘੱਟ ਕਰੋ, ਹੱਥੀਂ ਮਿਹਨਤ ਘੱਟ ਕਰੋ, ਇਹ ਪੈਸਿਆਂ ਨੂੰ ਕੰਮ ਤੇ ਲਾਓ। ਕਿਉਂਕਿ ਅਸੀਂ ਇਸ ਜਨਮ ਨੂੰ ਜੇ ਇੰਜੋਏ ਨਹੀਂ ਕੀਤਾ, ਕੈਨੇਡਾ 'ਚ ਆ ਕੇ ਵੀ ਇੰਜੋਏ ਨਹੀਂ ਕੀਤਾ, ਫਿਰ ਕੈਨੇਡਾ ਆਉਣ ਦਾ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਉਹਨਾਂ ਪੈਸਿਆਂ ਨੂੰ ਯੂਜ਼ ਕਰੋ। ਔਰ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਖਰਚੇ ਜ਼ਿਆਦਾ ਹੋ ਗਏ ਨੇ, ਤੁਸੀਂ ਕੁਝ ਖਰਚਿਆਂ ਨੂੰ ਡੈਫਰ ਕਰ ਸਕਦੇ ਹੋ, ਕੁਝ ਖਰਚਿਆਂ ਨੂੰ ਕੰਟਰੋਲ ਕਰ ਸਕਦੇ ਹੋ। ਔਰ ਜੇ ਲੱਗ ਰਿਹਾ ਕਿ ਮਾਰਕੀਟ ਕੂਲ ਡਾਊਨ ਹੋਈ ਹੈ, ਪੈਨਿਕ ਹੋਣ ਦੀ ਲੋੜ ਨਹੀਂ। ਜੇ ਮਾਰਕੀਟ ਅੱਜ ਕੂਲ ਡਾਊਨ ਹੋਈ ਹੈ ਦੁਬਾਰਾ ਫੇਰ ਸਟੱਡੀ ਚੱਲਣੀ ਹੈ। ਤੁਹਾਨੂੰ ਇਸੇ ਤਰ੍ਹਾਂ ਇਨਵੈਂਟਰੀ ਹੋਰ ਮਾਰਕੀਟ 'ਚ ਆ ਜਾਣੀ ਹੈ। ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ ਜਾਂ ਬਾਕੀ ਸ਼ਹਿਰਾਂ ਦੇ ਵਿੱਚ ਬਹੁਤ ਸਾਰੀ ਡਿਵੈਲਪਮੈਂਟ ਆ ਰਹੀ ਹੈ, ਉਹਨੇ ਤਿਆਰੀਆਂ ਹੋ ਚੁੱਕੀਆਂ, ਬਹੁਤ ਸਾਰੀਆਂ ਪ੍ਰਾਪਰਟੀਜ਼ ਹੋਰ ਆ ਜਾਣੀਆਂ। ਸੋ ਕਦੀ ਵੀ ਫਾਈਨੈਂਸ਼ੀਅਲ ਮੈਟਰ 'ਚ ਘਬਰਾਉਣਾ ਨਹੀਂ। ਕਦੀ ਵੀ ਮਨ ਹੋਵੇ ਤੁਹਾਡਾ, ਇੱਕ ਫੋਨ ਕਾਲ ਕਰ ਲੈਣੀ ਆ, ਵੀ ਕੈਨ ਸਿਟ ਡਾਊਨ, ਵੀ ਕੈਨ ਡਿਸਕਸ, ਔਰ ਹਰ ਮੁਸ਼ਕਿਲ ਦਾ ਹੱਲ ਹੈ ਔਰ ਉਹ ਹੱਲ ਜਿਹੜਾ ਆਪਾਂ ਰਲ ਕੇ ਕੱਢ ਸਕਦੇ ਹਾਂ। ਬਿਲਕੁਲ ਜੀ। ਸੋ ਲੈਟ ਦ ਮਨੀ ਵਰਕ। ਕੰਮ ਜਿਹੜਾ ਉਹ ਪੈਸੇ ਤੋਂ ਕਰਾਓ ਤੇ ਆਪ ਜਿਹੜੀ ਉਹ ਰਿਲੈਕਸ ਭਰੀ ਜ਼ਿੰਦਗੀ ਜਿਹੜੀ ਆ ਉਹ ਜੀਓ। ਪਰ ਇਹ ਹੈ ਕਿ ਉਹਦੇ ਲਈ ਵੀ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ, ਡਾਕਟਰ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਇਲਾਜ ਪੱਕਾ ਦੱਸ ਸਕਦਾ ਹੈ। ਸੋ ਬਿਲਕੁਲ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਨਫੋਰਮੇਸ਼ਨ ਦਿੱਤੀ। ਅੱਜ ਅਗਲੇ ਹਫਤੇ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਅੱਜ ਦੇ ਲਈ ਧੰਨਵਾਦ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਜ਼ਨਸ ਕਨੈਕਟ ਦੇ ਵਿੱਚ ਅੱਜ ਗੱਲਬਾਤ ਹੋਈ ਮਿਸਟਰ ਵਿਨੇ ਸ਼ਰਮਾ ਦੇ ਨਾਲ। ਬਹੁਤ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ ਕਿ ਦੂਜਾ ਘਰ ਲੈਣਾ ਹੋਵੇ ਤਾਂ ਕਿਸ ਤਰ੍ਹਾਂ ਲਿਆ ਜਾ ਸਕਦਾ, ਕਿਸ ਤਰ੍ਹਾਂ ਮਨੀ ਨੂੰ ਵਰਕ ਤੇ ਲਗਾਇਆ ਜਾ ਸਕਦਾ। ਪਰ ਉਹਦੇ ਲਈ ਇਹ ਨਹੀਂ ਕਿ ਅਸੀਂ ਸਿਰਫ ਗੱਲਾਂ ਬਾਤਾਂ ਦੇ ਨਾਲ ਕਰ ਸਕਦੇ ਹਾਂ, ਉਹਦੇ ਨਾਲ ਪ੍ਰੋਪਰ ਪਲੈਨਿੰਗ ਹੋਣੀ ਚਾਹੀਦੀ ਹੈ, ਸਲਾਹ ਪ੍ਰੋਪਰ ਹੋਣੀ ਚਾਹੀਦੀ ਹੈ, ਸਹੀ ਸਲਾਹ ਹੋਣੀ ਚਾਹੀਦੀ ਹੈ। ਤੇ ਸਹੀ ਸਲਾਹ ਦੇ ਲਈ ਤੁਸੀਂ ਪਹੁੰਚ ਸਕਦੇ ਆ ਟਾਈਮਸ ਮੌਰਗੇਜ ਮਿਸਟਰ ਵਿਨੇ ਸ਼ਰਮਾ ਦੇ ਕੋਲ। ਸਾਰੀ ਇਨਫੋਰਮੇਸ਼ਨ ਸਕਰੀਨ ਦੇ ਉੱਤੇ ਆ ਰਹੀ ਹੈ, ਤੁਸੀਂ ਫੋਨ ਕਰ ਸਕਦੇ ਆ, ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ ਤੇ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।